ਮਿਤੀ 1/10/2010 ਨੂੰ ਸਦਨ ਵਿੱਚ ਪੇਸ਼ ਕੀਤੀ। ਪੰਜਾਬ ਵਿਧਾਨ ਸਭਾ ਰਾਜ ਵਿੱਚ ਖੰਡ ਮਿੱਲਾਂ ਤੇ ਡਿਸਟਲਰੀਆਂ ਦੁਆਰਾ ਪੈਦਾ ਕੀਤੇ ਜਾ ਰਹੇ ਪ੍ਰਦੂਸ਼ਣ ਦੀ ਜਾਂਚ ਕਰਨ ਲਈ ਗਠਿਤ ਸਦਨ ਦੀ ਕਮੇਟੀ ਦੀ ਰਿਪੋਰਟ। ਇਹ ਉਸ ਸਮੇਂ ਹੀ ਜੀਰੇ ਵਾਲੀ ਫੈਕਟਰੀ ਡਿਫਾਲਟਰ ਐਲਾਨ ਦਿੱਤੀ ਗਈ ਸੀ ਸਨ 2010। ਇਹ ਮੈਂਬਰਾਂ ਦੀ 11 ਮੈਂਬਰੀ ਕਮੇਟੀ ਰਿਪੋਰਟ ਕਰਨ ਤੁਰਦੀ ਆ ਔਰ ਇਹ ਰਿਪੋਰਟ ਜੇ ਡਿਫਾਲਟਰ ਐਲਾਨ ਰਹੀ ਆ ਤਾਂ ਤੁਸੀਂ ਸੋਚੋ ਕਿ ਰਾਜਨੀਤਿਕ ਲੀਡਰਾਂ ਨੂੰ ਵੀ ਕਿੰਨਾ ਕੁਝ ਲਿਖਣਾ ਪਿਆ ਹੋਣਾ। ਇਹ ਉਹ ਨੇ ਜਿਨ੍ਹਾਂ ਤੇ ਪੰਜਾਬ ਨੂੰ ਭਰੋਸਾ ਨਹੀਂ। ਇਕਾਈ ਪਾਣੀ ਦੇ ਐਕਟ 1974 ਦੀਆਂ ਧਾਰਾਵਾਂ ਦੀ ਪਾਲਣਾ ਨਹੀਂ ਕਰ ਰਹੀ। ਜੇ ਨਿਯਮਾਂ ਦਾ ਪਾਲਣ ਇਸ ਜਾਂਚ ਤੋਂ ਬਾਅਦ ਵੀ ਕਰਨ ਲੱਗ ਜਾਂਦੇ, ਇਸ ਕਮੇਟੀ ਦੀ ਰਿਪੋਰਟ ਤੋਂ ਬਾਅਦ ਵੀ ਕਰ ਲੱਗ ਜਾਂਦੇ, 2010 ਤੋਂ ਬਾਅਦ ਵੀ ਕਰ ਲੱਗ ਜਾਂਦੇ, ਤਾਂ 22 'ਚ ਲੋਕਾਂ ਦੀਆਂ ਮੋਟਰਾਂ 'ਚੋਂ, ਲੋਕਾਂ ਦੇ ਨਲਕਿਆਂ 'ਚੋਂ, ਲੋਕਾਂ ਦੀ ਟੂਟੀਆਂ 'ਚੋਂ, ਲੋਕਾਂ ਦੇ ਖੇਤਾਂ 'ਚੋਂ ਫਿਰ ਲਾਹਣ ਨਾ ਨਿਕਲਦੀ। ਕਮੇਟੀ ਨੇ ਇਹ ਵੀ ਵੇਖਿਆ ਬੋਟਲਿੰਗ ਉਪਰੰਤ ਜਦੋਂ ਦਾਰੂ ਤਿਆਰ ਹੋ ਗਈ, ਬੋਤਲਾਂ 'ਚ ਕੈਦ ਹੋ ਗਈ, ਬੋਟਲਿੰਗ ਉਪਰੰਤ ਨਿਕਲਦਾ ਗੰਦਾ ਪਾਣੀ ਵੀ ਟ੍ਰੀਟਮੈਂਟ ਪਲਾਂਟਾਂ ਵਿੱਚ ਨਹੀਂ ਲਿਜਾਇਆ ਜਾ ਰਿਹਾ ਅਤੇ ਇਹ ਜ਼ਮੀਨ ਵਿੱਚ ਛੱਡਿਆ ਜਾ ਰਿਹਾ ਹੈ, ਜਿਸ ਦਾ ਕਮੇਟੀ ਨੇ ਗੰਭੀਰ ਨੋਟਿਸ ਲਿਆ। ਉਸ ਪਾਣੀ ਕਰਕੇ ਜਾਂ ਉਹ ਸ਼ਰਾਬ ਦੀ ਫੈਕਟਰੀ ਕਰਕੇ ਪਾਣੀ ਜ਼ਹਿਰੀ ਨਹੀਂ ਹੋ ਰਿਹਾ। ਜੇਕਰ ਉਹ ਨਿਯਮ ਪੂਰੇ ਕਰਦੇ ਨੇ ਤਾਂ ਫਿਰ ਮੇਰਾ ਸਵਾਲ ਇਹ ਹੈ ਕਿ ਜਿਹੜਾ ਉਸ ਇਲਾਕੇ ਦੇ 70 ਪਿੰਡ ਨੇ ਘੱਟੋ ਘੱਟ ਜਿਹੜੇ ਸਿੱਧੇ ਹੁਣ ਪ੍ਰਭਾਵਿਤ ਹੋ ਗਏ, ਮਾਰ ਤਾਂ ਪਤਾ ਨਹੀਂ ਕਿੱਥੇ ਤੱਕ ਜਾਂਦੀ ਆ। ਫਿਰ ਸਵਾਲ ਇਹ ਹੈ ਕਿ ਉਹਨਾਂ ਦੀਆਂ ਮੋਟਰਾਂ 'ਚੋਂ, ਟੂਟੀਆਂ 'ਚੋਂ, ਨਲਕਿਆਂ 'ਚੋਂ ਲਾਹਣੇ ਕਿਉਂ ਨਿਕਲੀ? ਕੱਚੀ ਸ਼ਰਾਬ ਕਿਉਂ ਨਿਕਲੀ? ਉਹ ਜ਼ਹਿਰੀਲਾ ਪਾਣੀ ਕਿਉਂ ਨਿਕਲਿਆ? ਰੂਹ ਅਫਜਾ ਕਿਉਂ ਨਹੀਂ ਨਿਕਲਿਆ? ਜੀਰੇ ਤੋਂ ਲੈ ਕੇ ਅਬੋਹਰ ਤੱਕ ਦੇ ਖੇਤਰ ਤੱਕ ਹਰ ਘਰ 'ਚ ਕੈਂਸਰ ਕਿਵੇਂ ਵੜ ਗਿਆ? ਪੰਚਾਇਤਾਂ ਨੂੰ ਵੀ ਭਰਮਾਇਆ ਗਿਆ, ਡਰਾਇਆ ਗਿਆ, ਖਰੀਦ ਲਿਆ ਗਿਆ। ਸੋ ਇਹਦੇ ਲਈ ਅਕਾਲੀ ਕਾਂਗਰਸੀ ਸਵਾਲਾਂ ਦੇ ਘੇਰੇ 'ਚ ਨੇ। ਸਰਕਾਰ ਤਾਂ ਮੌਜੂਦਾ ਵੀ ਘੇਰੇ 'ਚ ਨਹੀਂ, ਮੌਜੂਦਾ ਸਰਕਾਰ ਤਾਂ ਉਹਦੇ ਨਾਲੋਂ ਵੀ ਸਿਰਾ। ਸੋ ਜੇ ਮੌਜੂਦਾ ਸਰਕਾਰ ਲੋਕ ਪੱਖੀ ਹੁੰਦੀ ਤਾਂ 20 ਕਰੋੜ ਕਿਉਂ ਦਿੱਤਾ ਪੰਜਾਬ ਦਾ? 5 ਕਰੋੜ ਪਹਿਲਾਂ ਜੁਰਮਾਨਾ, 15 ਕਰੋੜ ਹੁਣ, 20 ਕਰੋੜ ਕਿਹਦਾ ਹੈ? ਉਹ ਪੰਜਾਬ ਦਾ ਹੈ। ਜੇ ਤੁਸੀਂ ਲੋਕਾਂ ਨਾਲ ਹੁੰਦੇ ਤਾਂ ਤੁਸੀਂ ਅੰਦੋਲਨ ਵਾਲੇ ਪਾਸਿਓਂ ਪੱਖ ਰੱਖਦੇ। ਫੈਕਟਰੀ ਤਾਂ ਬੰਦ ਦੇ ਬਾਵਜੂਦ ਆਪਣੇ ਪੈਸੇ ਕਮਾ ਗਈ ਤੇ ਲੋਕਾਂ ਦੀ ਜ਼ਿੰਦਗੀ ਦਾ ਮੁੱਲ। ਸਿਹਤ ਵਿਭਾਗ, ਪੁਲਿਸ ਵਿਭਾਗ ਹੈ, ਸਾਡਾ ਪੋਲਿਊਸ਼ਨ ਕੰਟਰੋਲ ਬੋਰਡ ਹੈ ਨਾ, ਸਾਡੀਆਂ ਚੈਕਿੰਗ ਪੋਸਟਾਂ ਵਾਲੀਆਂ ਸਾਰੀਆਂ ਉਹ ਤੇ ਕੇਂਦਰੀ ਏਜੰਸੀਆਂ, ਉਹ ਸਾਰੀਆਂ ਜਵਾਬ ਦੇ ਨੇ ਤੇ ਸਾਰੀਆਂ ਸਵਾਲਾਂ ਦੇ ਘੇਰੇ। ਮੈਂ ਕਹਿਣਾ ਕਿ ਕੁਛ ਨਾ ਕਰੇ ਮਾਨ ਸਰਕਾਰ। ਕਿਉਂ ਨਵੇਂ ਸੈਂਪਲਾਂ 'ਚ ਪਈ ਆ? ਕਿਉਂ ਨਵੀਆਂ ਰਿਪੋਰਟਾਂ 'ਚ ਪਈ ਆ? ਆਹੀ 2010 ਵਾਲੀ ਰਿਪੋਰਟ ਲਾਗੂ ਕਰ ਦੇਵੇ, ਪੰਜਾਬ ਦਾ ਸ਼ਾਇਦ ਭਲਾ ਹੋ ਜਾਵੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸੁਰਖਾਬ। ਦੋਸਤੋ, ਜ਼ੀਰੇ 'ਚ ਜੋ ਮੋਰਚਾ ਲੱਗਿਆ, ਜੋ ਸਾਂਝਾ ਮੋਰਚਾ ਲੱਗਿਆ, ਉਹ ਦਰਅਸਲ ਸ਼ਰਾਬ ਫੈਕਟਰੀ ਬੰਦ ਕਰਵਾਉਣੀ ਚਾਹੁੰਦੇ ਆ। ਉਹ ਮੋਰਚੇ ਜ਼ਰੀਏ ਇਹ ਕਿਹਾ ਜਾ ਰਿਹਾ ਕਿ ਉਹ ਸ਼ਰਾਬ ਫੈਕਟਰੀ ਦੇ ਜ਼ਰੀਏ ਪ੍ਰਦੂਸ਼ਣ ਹੁੰਦਾ ਆ ਤੇ ਉਹਦੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਤੇ ਬੁਰਾ ਅਸਰ ਪੈ ਰਿਹਾ। ਕੈਂਸਰ ਦੇ ਲੋਕ ਜਿਹੜਾ ਕਿ ਘੇਰ ਲਏ ਨੇ। ਹਾਲਾਂਕਿ ਸ਼ਰਾਬ ਫੈਕਟਰੀ ਦੇ ਮਾਲਕ ਦਾ ਕਹਿਣਾ ਆ ਕਿ ਅਸੀਂ ਕਿਸੇ ਤਰ੍ਹਾਂ ਦਾ ਪ੍ਰਦੂਸ਼ਣ ਸਾਡੀ ਫੈਕਟਰੀ ਨਹੀਂ ਕਰਦੀ, ਸਾਡੇ 'ਤੇ ਸਿਰਫ ਦੋਸ਼ ਲਾਏ ਜਾ ਰਹੇ ਨੇ, ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਅੱਜ ਦੀ ਇਹ ਇੰਟਰਵਿਊ ਬੇਹੱਦ ਖਾਸ ਹੈ। ਅੱਜ ਦੀ ਇਹ ਇੰਟਰਵਿਊ ਜ਼ੀਰੇ ਮੋਰਚੇ ਨੂੰ ਲੈ ਕੇ ਇੰਨੀ ਕੁ ਖਾਸ ਹੈ ਕਿਉਂਕਿ ਇਹਦੇ ਵਿੱਚ ਇਹ ਖੁਲਾਸਾ ਹੋਣਾ ਹੈ ਕਿ 12 ਸਾਲ ਪਹਿਲਾਂ ਇੱਕ ਕਮੇਟੀ ਬਣਦੀ ਹੈ ਤੇ ਉਸ ਕਮੇਟੀ ਦੇ ਵਿੱਚ ਇਹ ਫੈਕਟਰੀ ਪ੍ਰਦੂਸ਼ਿਤ ਕਰਦੀ ਪਾਈ ਜਾਂਦੀ ਹੈ। ਫੈਕਟਰੀ ਦੇ ਖਿਲਾਫ ਸ਼ਿਕਾਇਤ ਹੁੰਦੀ ਹੈ ਤੇ ਉਹ ਜਿਹੜੀ ਕਮੇਟੀ ਦੀ ਰਿਪੋਰਟ ਆ ਵਿਧਾਨ ਸਭਾ 'ਚ ਪੇਸ਼ ਕੀਤੀ ਜਾਂਦੀ। ਸਾਡੇ ਕੋਲ ਉਹ ਰਿਪੋਰਟ ਵੀ ਹੈ ਬਕਾਇਦਾ। ਪੰਜਾਬ ਦੀਆਂ ਬਹੁਤ ਸਾਰੀਆਂ ਫੈਕਟਰੀਆਂ, ਡਿਸਟਿਲਰੀਆਂ ਦਾ ਉਸ ਦੇ ਵਿੱਚ ਜ਼ਿਕਰ ਹੈ ਤੇ ਵਿਧਾਨ ਸਭਾ ਦੇ ਵਿੱਚ ਉਸ ਦੀ ਗੱਲ ਚੱਲਦੀ ਹੈ। ਹਾਲਾਂਕਿ ਕੋਈ ਕਾਰਵਾਈ ਨਹੀਂ ਹੁੰਦੀ, 6 ਮਹੀਨੇ ਦਾ ਸਮਾਂ ਵੀ ਦਿੱਤਾ ਜਾਂਦਾ। ਮੇਰਾ ਨਾਮ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਨੇ। ਦੀਪਕ ਜੀ, ਸਿੱਧੇ ਤੌਰ ਤੇ ਕਹਿ ਦਈਏ ਕਿ ਰੌਲਾ ਹੁਣ ਪਿਆ 6 ਮਹੀਨੇ ਤੋਂ ਕਿਹਾ ਜਾ ਰਿਹਾ ਹੈ ਕਿ ਪ੍ਰਦੂਸ਼ਣ ਹੈ, ਪਰ ਅਸਲੀ ਖੁਲਾਸਾ ਇਹ ਰਿਪੋਰਟ ਕਰਦੀ ਹੈ ਕਿ 2010 ਦੇ ਵਿੱਚ ਵੀ ਸ਼ਰਤਾਂ ਪੂਰੀਆਂ ਨਹੀਂ ਕਰਦੀ ਸੀ, ਫੈਕਟਰੀ ਪ੍ਰਦੂਸ਼ਣ ਕਰਦੀ ਸੀ। ਬਿਲਕੁਲ ਬਿਲਕੁਲ ਸਰਖਾਬ, ਇਹ ਜਿਹੜੀ ਰਿਪੋਰਟ ਹੈ ਪੰਜਾਬ ਦੀ ਵਿਧਾਨ ਸਭਾ 'ਚ ਪੇਸ਼ ਕੀਤੀ ਗਈ ਰਿਪੋਰਟ ਹੈ, ਜਿਹੜੀ ਸਨ 2010 ਦੇ ਵਿੱਚ ਪੇਸ਼ ਹੁੰਦੀ ਹੈ ਤੇ ਉਹ 2010 ਦੀ ਰਿਪੋਰਟ ਹੀ ਇਹ ਕਹਿੰਦੀ ਹੈ ਕਿ ਸ਼ਰਾਬ ਦੀ ਫੈਕਟਰੀ ਜੀਰੇ ਵਾਲੀ ਮਤਲਬ ਕਿ ਡਿਸਪਿਊਟਡ ਫੈਕਟਰੀ ਹੈ, ਉਹ ਪੋਲਿਊਸ਼ਨ ਫੈਲਾਉਂਦੀ ਹੈ। ਉਸ ਸਮੇਂ ਤੋਂ ਮਤਲਬ ਕਿ ਪੰਜਾਬ ਨਾਲ ਧੱਕਾ ਕਰਦੀ ਆ ਰਹੀ ਹੈ। ਇਹ ਰਿਪੋਰਟ ਕਹਿੰਦੀ ਹੈ ਕਿ ਇਹ ਭਾਈ ਮਤਲਬ ਕਿ ਸਹੀ ਨਹੀਂ ਹੈਗਾ, ਇਹ ਨਿਯਮ ਨੂੰ ਬੰਦ ਕਰਨ ਦੀ ਲੋੜ। ਆ ਲਓ 13ਵੀਂ ਪੰਜਾਬ ਵਿਧਾਨ ਸਭਾ ਦੀ ਰਿਪੋਰਟ ਹੈ, ਮਿਤੀ 1/10/2010 ਨੂੰ ਸਦਨ ਵਿੱਚ ਪੇਸ਼ ਕੀਤੀ। ਠੀਕ ਹੈ। ਪੰਜਾਬ ਵਿਧਾਨ ਸਭਾ ਰਾਜ ਵਿੱਚ ਖੰਡ ਮਿੱਲਾਂ ਤੇ ਡਿਸਟਲਰੀਆਂ ਦੁਆਰਾ ਪੈਦਾ ਕੀਤੇ ਜਾ ਰਹੇ ਪ੍ਰਦੂਸ਼ਣ ਦੀ ਜਾਂਚ ਕਰਨ ਲਈ ਗਠਿਤ ਸਦਨ ਦੀ ਕਮੇਟੀ ਦੀ ਰਿਪੋਰਟ। 13ਵੀਂ ਪੰਜਾਬ ਵਿਧਾਨ ਸਭਾ 2010-11। ਇਹ ਉਸ ਸਮੇਂ ਹੀ ਜੀਰੇ ਵਾਲੀ ਫੈਕਟਰੀ ਡਿਫਾਲਟਰ ਐਲਾਨ ਦਿੱਤੀ ਗਈ ਸੀ ਸਨ 2010 'ਚ। 3 ਸਾਲਾਂ ਬਾਅਦ 2007 ਵਿੱਚ ਫੈਕਟਰੀ ਲੱਗਦੀ ਹੈ। ਉਦੋਂ ਅਕਾਲੀ ਭਾਜਪਾ ਗੱਠਜੋੜ ਸਰਕਾਰ ਹੁੰਦੀ ਹੈ। ਹਾਲਾਂਕਿ ਉਦਘਾਟਨ ਵੀ ਉਸ ਸਰਕਾਰ ਵੱਲੋਂ ਕੀਤਾ ਜਾਂਦਾ ਹੈ ਤੇ ਉਹ ਫੈਕਟਰੀ 3 ਸਾਲਾਂ ਬਾਅਦ ਉਸੇ ਸਰਕਾਰ ਦੇ ਵਿੱਚ ਵਿਧਾਨ ਸਭਾ ਵਿੱਚ ਰਿਪੋਰਟ ਦੇ ਵਿੱਚ ਡਿਫਾਲਟਰ ਘੋਸ਼ਿਤ ਕੀਤੀ ਜਾਂਦੀ ਹੈ। ਸਰਖਾਬ, ਜੇ 2010 ਦੇ ਵਿੱਚ ਡਿਫਾਲਟਰ ਸੀ
ਤੇ ਉਸ ਸਮੇਂ ਉਹਦੀ ਸਮਰੱਥਾ ਵੀ ਘੱਟ ਸੀ, ਉਸ ਸਮੇਂ ਕੰਮ ਵੀ ਘੱਟ ਸੀ। ਅੱਜ ਉਹਦੀ ਸਮਰੱਥਾ ਵੀ ਵੱਧ ਗਈ, ਅੱਜ ਉਹਦੀ ਪੈਦਾਵਾਰ ਵੀ ਵੱਧ ਗਈ, ਅੱਜ ਉਹਦੀ ਪ੍ਰੋਡਕਸ਼ਨ ਵੀ ਵੱਧ ਗਈ, ਤਾਂ ਫਿਰ ਇਹਦਾ ਮਤਲਬ ਪੋਲਿਊਸ਼ਨ ਵੀ ਵੱਧ ਗਿਆ ਨਾ, ਕਿਉਂਕਿ ਨਿਯਮਾਂ ਦਾ ਜੇ ਪਾਲਣ ਨਹੀਂ ਕਰ ਰਹੇ। ਤੇ ਜਿਹੜੀਆਂ ਚਿੱਠੀਆਂ ਦਿਖਾਉਂਦੇ ਨੇ ਉਹ ਕਿਆ ਦੇਖੋ ਜੀ ਸਾਡੇ ਕੋਲ ਸਰਟੀਫਿਕੇਟ ਹੈਗਾ, 6 ਮਹੀਨੇ ਬਾਅਦ ਪੋਲਿਊਸ਼ਨ ਕੰਟਰੋਲ ਬੋਰਡ ਵਾਲੀ ਟੀਮ ਆਉਂਦੀ ਆ ਜੀ, ਉਹ ਕਿਵੇਂ ਮਿਲਦੇ ਨੇ ਸਰਟੀਫਿਕੇਟ ਤੁਸੀਂ ਅਸੀਂ ਸਾਰੇ ਜਾਣਦੇ ਹਾਂ। ਆ ਲਓ ਆਪਾਂ ਉਸੇ ਤੇ ਆ ਜਾਂਦੇ ਹਾਂ। ਇਹ ਮਾਮਲਾ ਸ਼ੁਰੂ ਹੁੰਦਾ ਹੈ ਅਸਲ 'ਚ ਸਰਕਾਰ 2007 ਤੋਂ। 2007 ਦੇ ਵਿੱਚ ਇੱਕ ਕੇਸ ਆਉਂਦਾ, ਉਸ ਕੇਸ ਦੇ ਆਧਾਰ ਤੇ ਪੰਜਾਬ ਦੀਆਂ ਸਾਰੀਆਂ ਖੰਡ ਮਿੱਲਾਂ ਤੇ ਸ਼ਰਾਬ ਦੀਆਂ ਫੈਕਟਰੀਆਂ ਦੀ ਜਾਂਚ ਲਈ ਕਮੇਟੀ ਬਣਦੀ ਆ। ਸਦਨ ਦੁਆਰਾ 20/12/2007 ਨੂੰ ਦਿੱਤੇ ਗਏ ਅਧਿਕਾਰਾਂ ਅਨੁਸਾਰ ਮਾਨਯੋਗ ਸਪੀਕਰ ਸਾਹਿਬ ਦੁਆਰਾ ਪੱਤਰ ਨੰਬਰ 20 LA 2008/4090 ਮਿਤੀ 27/2/2008 ਰਾਹੀਂ ਰਾਜ ਵਿੱਚ ਖੰਡ ਮਿੱਲਾਂ ਤੇ ਡਿਸਲਰੀਆਂ ਦੁਆਰਾ ਪੈਦਾ ਕੀਤੇ ਜਾ ਰਹੇ ਪ੍ਰਦੂਸ਼ਣ ਦੀ ਜਾਂਚ ਕਰਨ ਲਈ ਹੇਠਾਂ ਅਨੁਸਾਰ ਸਦਨ ਦੀ ਕਮੇਟੀ ਨਾਮਜ਼ਦ ਕੀਤੀ ਗਈ। ਇਹ 11 ਮੈਂਬਰੀ ਕਮੇਟੀ ਹੈ, ਜਿਸ 'ਚ ਜਗਦੀਪ ਸਿੰਘ ਨਕਈ ਜਿਹੜੇ ਮੁਖੀ ਨੇ ਕਮੇਟੀ ਦੇ, ਉਹਦੇ ਨਾਲ ਸਰਦਾਰ ਅਮਰਜੀਤ ਸਿੰਘ ਸ਼ਾਹੀ, ਅਨਿਲ ਜੋਸ਼ੀ, ਸਰਦਾਰ ਅਵਤਾਰ ਸਿੰਘ ਬਰਾੜ, ਕੈਪਟਨ ਬਲਬੀਰ ਸਿੰਘ ਬਾਠ, ਦਲਵੀਰ ਸਿੰਘ ਬੇਰਕਾ, ਹਰਮੀਤ ਸਿੰਘ ਸੰਧੂ, ਕੇਵਲ ਸਿੰਘ ਢਿੱਲੋਂ ਜਿਹਨਾਂ ਦਾ ਆਪ ਵੀ ਇਸ ਕਾਰੋਬਾਰ ਨਾਲ ਸੰਬੰਧ ਰਿਹਾ ਹੈ ਨਾ, ਤੇ ਉਹ ਤੋਂ ਬਾਅਦ ਕੁਲਦੀਪ ਸਿੰਘ ਭੱਠਲ, ਪ੍ਰਤਾਪ ਸਿੰਘ ਬਾਜਵਾ ਅੱਜ ਵਿਰੋਧੀ ਧਿਰ ਦੇ ਲੀਡਰ ਨੇ, ਉਸ ਸਮੇਂ MLA ਸੀ, ਬਿਰਸਾ ਸਿੰਘ ਬਲਟੋਹਾ। ਇਹ ਮੈਂਬਰਾਂ ਦੀ 11 ਮੈਂਬਰੀ ਕਮੇਟੀ ਰਿਪੋਰਟ ਕਰਨ ਤੁਰਦੀ ਆ, ਔਰ ਇਹ ਰਿਪੋਰਟ ਜੇ ਡਿਫਾਲਟਰ ਐਲਾਨ ਰਹੀ ਆ ਤਾਂ ਤੁਸੀਂ ਸੋਚੋ ਕਿ ਰਾਜਨੀਤਿਕ ਲੀਡਰਾਂ ਨੂੰ ਵੀ ਕਿੰਨਾ ਕੁਝ ਲਿਖਣਾ ਪਿਆ ਹੋਣਾ। ਇਹ ਉਹ ਨੇ ਜਿਨ੍ਹਾਂ ਤੇ ਪੰਜਾਬ ਨੂੰ ਭਰੋਸਾ ਨਹੀਂ, ਜਿਨ੍ਹਾਂ ਨੂੰ ਲੱਗਦਾ ਕਿ ਇਹ ਰਿਪੋਰਟ ਸਹੀ ਦੇਣਗੇ। ਜੇ ਇਹਨਾਂ ਨੂੰ ਵੀ ਲਿਖਣਾ ਪਿਆ ਹੈਗਾ ਤਾਂ ਮਤਲਬ ਸੱਚ ਇਹ ਤੋਂ ਵੀ ਕਿਤੇ ਵੱਡਾ। ਲਓ ਸੱਚ ਹੀ ਖੰਗਾਲਣਾ ਅੱਜ ਜੀ। ਮਿਤੀ 20/12/2007 ਨੂੰ ਸਰਦਾਰ ਹਰਮੀਤ ਸੰਧੂ MLA ਵੱਲੋਂ ਦਿੱਤੇ ਗਏ ਧਿਆਨ ਦਿਵਾਊ ਮਤਾ ਨੰਬਰ 4, ਜਿਹੜਾ ਕਿ ਪਿੰਡ ਲੋਕਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਤਰਨਤਾਰਨ ਦੀ ਸ਼ਰਾਬ ਦੀ ਫੈਕਟਰੀ ਤੋਂ ਨਿਕਲਦੀਆਂ ਜ਼ਹਿਰੀਲੀਆਂ ਗੈਸਾਂ ਦੇ ਸੰਬੰਧ ਵਿੱਚ ਸੀ। ਮਾਨਯੋਗ ਸਪੀਕਰ ਸਾਹਿਬ ਨੇ ਸਦਨ ਦੀ ਸਹਿਮਤੀ ਨਾਲ ਸਾਰੇ ਪੰਜਾਬ ਰਾਜ ਵਿੱਚ ਖੰਡ ਮਿੱਲਾਂ ਤੇ ਸ਼ਰਾਬ ਦੀਆਂ ਫੈਕਟਰੀਆਂ ਦੁਆਰਾ ਪੈਦਾ ਕੀਤੇ ਜਾ ਰਹੇ ਪ੍ਰਦੂਸ਼ਣ ਦੀ ਜਾਂਚ ਕਰਨ ਲਈ 27/2/2008 ਨੂੰ ਇਸ ਕਮੇਟੀ ਨੂੰ ਨਾਮਜ਼ਦ ਕੀਤਾ। ਮਾਮਲਾ ਤਰਨਤਾਰਨ ਦੀ ਫੈਕਟਰੀ ਤੋਂ ਸ਼ੁਰੂ ਹੁੰਦਾ, ਉਹ ਮਾਮਲਾ ਧਿਆਨ ਦਿਵਾਊ ਮਤਾ ਆਉਂਦਾ ਤੇ ਉਹਦੇ ਆਧਾਰ ਤੇ 11 ਮੈਂਬਰੀ ਕਮੇਟੀ ਬਣਦੀ ਹੈ ਤੇ ਕਮੇਟੀ 35 ਬੈਠਕਾਂ ਕਰਦੀ ਹੈ। 35 ਬੈਠਕਾਂ, ਦੌਰਾ ਅੱਡ, ਬੈਠਕਾਂ ਅੱਡ। 35 ਬੈਠਕਾਂ ਤੋਂ ਬਾਅਦ ਕਮੇਟੀ ਦੁਆਰਾ ਸਾਰੀ ਸਥਿਤੀ ਦਾ ਅਧਿਐਨ ਕਰਨ ਤੋਂ ਬਾਅਦ ਕੀਤੀ ਗਈ ਕਾਰਵਾਈ ਇਸ ਰਿਪੋਰਟ ਵਿੱਚ ਦਰਜ ਹੈ। ਕਮੇਟੀ ਨੇ 21/9/2010 ਨੂੰ ਹੋਈ ਬੈਠਕ ਵਿੱਚ ਇਸ ਨੂੰ ਅੰਤਮ ਰੂਪ ਦਿੱਤਾ। ਹਾਂ, ਰਿਪੋਰਟ ਫਾਈਨਲ ਹੋ ਗਈ ਤੇ ਇਹ 29 ਸਤੰਬਰ 2010 ਨੂੰ ਜਗਦੀਪ ਸਿੰਘ ਨਕਈ ਨੇ ਜਮ੍ਹਾਂ ਕਰਾ ਦਿੱਤੀ। 29 ਸਤੰਬਰ 2010 ਨੂੰ ਤੇ 1/10/2010 ਨੂੰ ਇਹ ਸਦਨ 'ਚ ਪੇਸ਼ ਹੋ ਗਈ। 1 ਅਕਤੂਬਰ ਨੂੰ ਪੇਸ਼ ਹੋ ਗਈ। ਲਓ ਜੀ, ਹੁਣ ਆ ਜਾਓ ਜੀ। ਇਹ 11 ਮੈਂਬਰੀ ਕਮੇਟੀ ਕੀ ਕਹੇ? ਕਮੇਟੀ ਨੇ ਹੁਣ ਤੱਕ ਰਾਜ ਦੀਆਂ ਡਿਸਲਰੀਆਂ ਦਾ ਮਾਇਨਾ ਕੀਤਾ। ਇਸ ਲਈ ਸਾਇੰਸ, ਟੈਕਨੋਲੋਜੀ ਤੇ ਵਾਤਾਵਰਣ ਵਿਭਾਗ ਵੱਲੋਂ ਪ੍ਰਾਪਤ ਹੋਈ ਡਿਸਲਰੀਆਂ ਦੇ ਸਟੇਟਸ ਰਿਪੋਰਟ ਬਾਰੇ ਦੱਸਣਾ ਵੀ ਵਾਜਬ ਹੋਏਗਾ। ਆ ਸਾਰੇ ਸਾਇੰਸ, ਟੈਕਨੋਲੋਜੀ, ਵਾਤਾਵਰਣ ਵਿਭਾਗ ਵੱਲੋਂ ਜਿਹੜੀਆਂ ਰਿਪੋਰਟਾਂ ਨੇ ਉਹਨਾਂ 'ਚ ਜੀਰੇ ਫੈਕਟਰੀ ਦੀ ਵੀ ਰਿਪੋਰਟ ਹੈ। ਆ ਲਓ ਜੀ, ਠੀਕ ਹੈ। ਇਹ ਆ ਲਓ ਜੀ 5 ਨੰਬਰ ਤੇ ਇਹ ਪੇਜ ਨੰਬਰ 7 5ਵਾਂ ਪੁਆਇੰਟ ਹੈ ਜੀ। ਇਹ ਵਿਭਾਗਾਂ ਦੀ ਰਿਪੋਰਟ ਹੈ। ਮੈਸ ਮਾਲਬਰੋਜ ਇੰਟਰਨੈਸ਼ਨਲ ਲਿਮਟਿਡ, ਮਨਸੂਰ ਕਲਾਂ, ਤਹਿਸੀਲ ਜੀਰਾ, ਜ਼ਿਲ੍ਹਾ ਫਿਰੋਜ਼ਪੁਰ। ਹੁਣ ਕੀ ਕਹਿੰਦਾ ਜੀ? ਇਕਾਈ ਪਾਣੀ ਦੇ ਐਕਟ 1974 ਦੀਆਂ ਧਾਰਾਵਾਂ ਦੀ ਪਾਲਣਾ ਨਹੀਂ ਕਰ ਰਹੀ। ਯਾਨੀ ਕਿ ਪ੍ਰਦੂਸ਼ਣ ਉਦੋਂ ਫੈਕਟਰੀ ਕਰਦੀ ਸੀ। ਪਾਣੀ ਨੂੰ ਲੈ ਕੇ ਜਿਹੜੀਆਂ ਕੋਈ ਧਾਰਾਵਾਂ ਹੁੰਦੀਆਂ ਨੇ, ਜਿਸ ਤਰੀਕੇ ਦੀਆਂ ਸ਼ਰਤਾਂ ਹੁੰਦੀਆਂ ਨੇ, ਉਹ ਸ਼ਰਤਾਂ ਦਾ ਉਲੰਘਣ ਹੋ ਰਹੀ ਸੀ। ਇਹ ਵਿਭਾਗ ਦੀ ਰਿਪੋਰਟ ਹੈ, ਇਹ ਅਜੇ ਕਮੇਟੀ ਦੀ ਰਿਪੋਰਟ ਨਹੀਂ ਹੈ। ਇਹ ਵਿਭਾਗ ਦੀ ਰਿਪੋਰਟ ਉਹਨਾਂ ਨੇ ਨਾਲ ਲਾਈ ਹੈ। ਇਕਾਈ ਪਾਣੀ ਦੇ ਐਕਟ 1974 ਦੀਆਂ ਧਾਰਾਵਾਂ ਦਾ ਪਾਲਣਾ ਨਹੀਂ ਕਰ ਰਹੀ ਅਤੇ ਬੋਰਡ ਦੀਆਂ ਮਨਜ਼ੂਰੀ ਤੋਂ ਬਿਨਾਂ ਚੱਲ ਰਹੀ ਹੈ। ਠੀਕ ਹੈ, ਬੋਰਡ ਦੀਆਂ ਮਨਜ਼ੂਰੀਆਂ ਯਾਨੀ ਕਿ ਸ਼ਰਤਾਂ ਜਿਹੜੀਆਂ ਕਿ ਬੋਰਡ ਦੀਆਂ ਤੋਂ ਬਿਨਾਂ। ਇਕਾਈ ਮਨਜ਼ੂਰੀ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕਰਦੀ, ਜਿਹੜੀਆਂ ਮਨਜ਼ੂਰੀ ਵਾਲੀਆਂ ਸ਼ਰਤਾਂ ਉਹਦੀ ਵੀ ਪਾਲਣਾ ਨਹੀਂ। ਇਕਾਈ ਦੀ ਮਿਤੀ 29/1/29/1/8 ਨੂੰ ਬੋਰਡ ਦੇ ਅਧਿਕਾਰੀਆਂ ਵੱਲੋਂ ਚੈਕਿੰਗ ਕੀਤੀ ਗਈ। ਹੁਣ ਇਹ ਬੋਰਡ ਲਿਖਦਾ ਹੈ ਨਾ, ਉਹ ਵਿਭਾਗ ਲਿਖਦੇ ਨੇ ਕਿ ਇਕਾਈ ਵੱਲੋਂ ਮਿਤੀ 29/1/2008 ਨੂੰ ਬੋਰਡ ਦੇ ਅਧਿਕਾਰੀਆਂ ਵੱਲੋਂ ਚੈਕਿੰਗ ਕੀਤੀ ਗਈ ਅਤੇ ਦੇਖਿਆ ਗਿਆ ਕਿ ਇਸ ਵੱਲੋਂ ਪਾਣੀ ਸੋਧਕ ਯੰਤਰਾਂ ਦੇ ਕੁਝ ਹਿੱਸੇ ਹੀ ਬਣਾਏ ਗਏ ਹਨ। ਤੁਹਾਨੂੰ ਪਤਾ ਅੱਜ ਕੱਲ੍ਹ ਇੱਕ ਸਕੂਲਾਂ ਦੇ ਵਿੱਚ ਇੱਕ ਸਾਇੰਸ ਦੇ ਮੇਲੇ ਲੱਗਦੇ ਹੁੰਦੇ ਨੇ, ਉੱਥੇ ਆਪਣੇ ਜਵਾਕ ਮਾਡਲ ਬਣਾਉਂਦੇ ਨੇ। ਇਹ ਮਾਡਲ ਬਣਾ ਕੇ ਬੈਠੀ ਹੈ ਫੈਕਟਰੀ ਸਿਰਫ ਨਮੂਨੇ ਬਣਾ ਕੇ ਦਿਖਾਉਣ ਦੇ ਲਈ ਵੀ ਆਹ ਪਾਣੀ ਸਾਫ਼। ਆਹ ਰਿਪੋਰਟ ਕਹਿੰਦੀ ਹੈ, ਵਿਭਾਗ ਦੀ ਰਿਪੋਰਟ ਕਹਿੰਦੀ ਪਾਣੀ ਸੋਧਕ ਯੰਤਰਾਂ ਦੇ ਕੁਝ ਹਿੱਸੇ ਹੀ ਬਣਾਏ ਹਨ ਅਤੇ ਇਸ ਵੱਲੋਂ 10 ਦੇ ਵਿੱਚ ਰਿਪੋਰਟ ਕਹਿੰਦੀ ਹੈ ਜਦੋਂ ਫੈਕਟਰੀ 3 ਸਾਲ ਹੋਏ ਸੀ, ਫੈਕਟਰੀ ਦੀ ਕੰਜ਼ੰਪਸ਼ਨ, ਫੈਕਟਰੀ ਦੀ ਪ੍ਰੋਡਕਸ਼ਨ ਲਿਮਟਿਡ ਸੀ।
ਕਹਿੰਦੇ ਜੀ ਪਾਣੀ ਸੋਧਕ ਯੰਤਰ ਦੇ ਕੁਝ ਹਿੱਸੇ ਹੀ ਬਣਾਏ ਹਨ ਅਤੇ ਇਸ ਵੱਲੋਂ ਦਿੱਤੀ ਗਈ ਦੁਬਾਰਾ ਪ੍ਰਪੋਜ਼ਲ ਮੁਤਾਬਕ ਇਹ ਪੂਰੇ ਨਹੀਂ ਹਨ। ਠੀਕ ਹੈ। ਇਸ ਲਈ ਚੇਅਰਮੈਨ ਵੱਲੋਂ ਮਨਜ਼ੂਰੀ ਮਨਾ ਕਰਨ ਲਈ 8/5/2008 ਨੂੰ ਨਿੱਜੀ ਸੁਣਵਾਈ ਲਈ ਬੁਲਾਇਆ ਗਿਆ। ਠੀਕ ਹੈ। ਇਸ ਫੈਕਟਰੀ ਦੇ ਸ਼ਰਾਬ ਫੈਕਟਰੀ ਦੇ ਟੀਮ ਨੂੰ ਬੁਲਾਇਆ ਗਿਆ ਕਿ ਆ ਜਾਓ, ਪਰ ਇਕਾਈ ਵੱਲੋਂ ਕੋਈ ਨਹੀਂ ਆਇਆ। ਇਹ ਦੂਜੀ ਵਾਰ ਹੋਇਆ, ਦੂਜੀ ਵਾਰ ਵੀ ਕੋਈ ਨਹੀਂ ਆਇਆ। ਸੋ ਆ ਲਓ ਜੀ, ਅੱਗੇ ਆ ਜਾਓ ਪੰਨਾ ਨੰਬਰ 27 ਤੇ, ਕਿਉਂਕਿ ਇਹਦੇ ਵਿੱਚ ਸਾਰੀਆਂ ਖੰਡ ਮਿੱਲਾਂ, ਸਾਰੀਆਂ ਸ਼ਰਾਬ ਫੈਕਟਰੀ ਰਿਪੋਰਟਾਂ, ਲਗਭਗ ਸਾਰਿਆਂ ਦਾ ਹਾਲ ਇਹੀ ਜਿਹਾ ਹੀ ਹੈ। ਦੀਪਕ ਜੀ ਮੰਨ ਲਈਏ ਮਤਲਬ ਉਦੋਂ ਤੋਂ ਹੀ ਜਦੋਂ ਤੋਂ ਫੈਕਟਰੀ ਸਟਾਰਟਿੰਗ ਹੋਈ ਹੈ ਉਦੋਂ ਤੋਂ ਇਹ ਸਾਰੀਆਂ ਸ਼ਰਤਾਂ ਦੀ ਉਲੰਘਣਾ ਕਰਦੀ ਆ ਰਹੀ ਹੈ। ਬੇਸ਼ੱਕ ਦੀ ਅੱਜ ਇਹ ਕਹਿ ਰਹੇ ਨੇ ਕਿ ਅਸੀਂ ਬੋਰ ਕਰਾਏ ਹੋਏ ਨੇ, ਅਸੀਂ ਟ੍ਰੀਟਮੈਂਟ ਪਲਾਂਟ ਲਾਏ ਹੋਏ ਨੇ। ਸਰਖਾ ਵੀਰ, ਜੇ ਨਿਯਮਾਂ ਦਾ ਪਾਲਣ ਇਸ ਜਾਂਚ ਤੋਂ ਬਾਅਦ ਵੀ ਕਰਨ ਲੱਗ ਜਾਂਦੇ, ਇਸ ਕਮੇਟੀ ਦੀ ਰਿਪੋਰਟ ਤੋਂ ਬਾਅਦ ਵੀ ਕਰ ਲੱਗ ਜਾਂਦੇ, 2010 ਤੋਂ ਬਾਅਦ ਵੀ ਕਰ ਲੱਗ ਜਾਂਦੇ, ਤਾਂ 22 'ਚ ਲੋਕਾਂ ਦੀਆਂ ਮੋਟਰਾਂ 'ਚੋਂ, ਲੋਕਾਂ ਦੇ ਨਲਕਿਆਂ 'ਚੋਂ, ਲੋਕਾਂ ਦੀ ਟੂਟੀਆਂ 'ਚੋਂ, ਲੋਕਾਂ ਦੇ ਖੇਤਾਂ 'ਚੋਂ ਫਿਰ ਲਾਣ ਨਾ ਨਿਕਲਦੀ। ਸੋ ਇਹ ਉਹ ਨਿਕਲਿਆ ਕਿਉਂ? ਇਹਦਾ ਮਤਲਬ ਕੰਮ ਜਾਰੀ ਹੈ। ਆ ਲਓ, ਪਰ ਇਹਦੇ ਵਿੱਚ ਸਰਕਾਰਾਂ ਬਦਲ ਗਈਆਂ, ਉਹ ਸਰਕਾਰਾਂ ਵਾਲੇ ਬੰਦੇ ਵੀ ਵਿੱਚ ਹੈਗੇ ਨੇ, ਨਾਲ ਕਿਤੇ ਨਾ ਕਿਤੇ ਸ਼ਹਿ ਰਹੀ ਹੈ। ਨਹੀਂ, ਕਾਰਪੋਰੇਟ ਘਰਾਣੇ ਵਾਲੀ ਸਰਕਾਰਾਂ ਤੱਕ ਪਹੁੰਚ ਕਰਨੀ ਕੋਈ ਔਖੀ ਥੋੜੀ ਹੈ। ਠੀਕ ਹੈ। ਲੋਕ ਤਾਂ ਚੁਣੇ ਹੋਏ ਨੁਮਾਇੰਦੇ ਤਾਂ ਉਹੀ ਜਿਹੇ ਹੀ ਨੇ ਨਾ। ਆ ਲਓ ਆ ਜੀ 27 ਨੰਬਰ ਪੰਨੇ ਤੇ 10ਵਾਂ ਪੁਆਇੰਟ ਹੈ ਜੀ। ਮੈਸ ਮਾਲਬਰੋਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ, ਮਨਸੂਰ ਕਲਾਂ, ਤਹਿਸੀਲ ਜੀਰਾ, ਜ਼ਿਲ੍ਹਾ ਫਿਰੋਜ਼ਪੁਰ। ਕਮੇਟੀ ਨੇ ਮਿਤੀ 3 ਫਰਵਰੀ 2010 ਨੂੰ ਮੈਸ ਮਾਲਬਰੋ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ, ਮਨਸੂਰ ਕਲਾਂ, ਤਹਿਸੀਲ ਜੀਰਾ, ਜ਼ਿਲ੍ਹਾ ਫਿਰੋਜ਼ਪੁਰ ਦੇ ਮੌਕੇ ਦਾ ਅਧਿਐਨ ਕੀਤਾ। ਹੁਣ ਇਹ ਕਮੇਟੀ ਜੀ ਉੱਥੇ 3 ਫਰਵਰੀ 2010 ਨੂੰ ਗਈ ਹੈ। ਕਮੇਟੀ ਨੇ ਦੇਖਿਆ ਕਿ ਡਿਸਲਰੀ ਵਿੱਚ ਲੱਗਿਆ ਹੋਇਆ ਆਰਓ ਸਿਸਟਮ ਦਾ ਖਰਾਬ ਪਾਣੀ ਫਾਈਨਲ ਟ੍ਰੀਟਡ ਪਾਣੀ ਵਿੱਚ ਨਹੀਂ ਪਾਇਆ ਜਾ ਰਿਹਾ। ਠੀਕ ਹੈ। ਇਸ ਲਈ ਕਮੇਟੀ ਨੇ ਹਦਾਇਤ ਕੀਤੀ ਕਿ ਪਾਣੀ ਫਾਈਨਲ ਟ੍ਰੀਟਡ ਪਾਣੀ ਵਿੱਚ ਪਾਇਆ ਜਾਵੇ ਅਤੇ ਉੱਥੇ ਲੱਗੀਆਂ ਹੋਈਆਂ ਫਲੈਕਸੀਬਲ ਪਾਈਪਾਂ ਦੀ ਜਗ੍ਹਾ ਦੂਸਰੀਆਂ ਪਾਈਪਾਂ ਪਾਈਆਂ ਜਾਣ। ਇਹ ਕੀ ਮਤਲਬ ਫਲੈਕਸੀਬਲ ਪਾਈਪ? ਜਿਵੇਂ ਪਾਈਪਾਂ ਮਤਲਬ ਜਦੋਂ ਲੋੜ ਹੈ ਲਾ ਲਓ, ਦਿਖਾਉਣ ਲਈ ਕਿ ਦੇਖੋ ਜੀ ਅਸੀਂ ਟ੍ਰੀਟਮੈਂਟ ਸਿਸਟਮ ਨਾਲ ਜੋੜੀਆਂ ਹੋਈਆਂ, ਤੇ ਲੋੜ ਪਏ ਖੋਲ ਲਓ। ਕਿਉਂਕਿ ਖੋਲ ਕੇ ਕੀ ਟੈਂਕਾਂ 'ਚ ਪਾਉਣਾ ਪਾਣੀ, ਕੀ ਧਰਤੀ 'ਚ ਪਾਉਣਾ ਪਾਣੀ, ਕਿਉਂਕਿ ਕੁਝ ਹੋਰ ਵੀ ਸ਼ੰਕੇ ਖੜੇ ਨੇ ਕਿ ਟੈਂਕ ਭਰਦੇ ਨੇ ਗੰਦੇ ਪਾਣੀ ਦੀਆਂ ਫੈਕਟਰੀਆਂ ਤੇ ਬਾਹਰ ਜਾ ਕੇ ਨਦੀਆਂ 'ਚ, ਨਾਲਿਆਂ 'ਚ, ਦਰਿਆਵਾਂ 'ਚ, ਖੱਡਾਂ 'ਚ, ਚੋਇਆਂ 'ਚ ਤੇ ਕਿਸਾਨਾਂ ਦੇ ਖੇਤਾਂ ਤੱਕ ਸਿੱਟੇ ਆਉਂਦੇ ਨੇ। ਡਰਾਈਵਰ ਫੈਕਟਰੀ ਦਾ ਕੋਈ ਪੁਰਾਣਾ ਸੀ, ਉਹਨੇ ਵੀ ਆ ਕੇ ਗੱਲ ਕਹੀ ਕਿ ਮੈਂ ਖੁਦ ਪਾਣੀ ਡੋਲ ਕੇ ਆਉਂਦਾ ਰਿਹਾ ਜਾਂ ਸ਼ਾਇਦ ਸ਼ੂਗਰ ਮਿਲ ਦੇ ਜ਼ਿਕਰ ਕੀਤਾ। ਬਿਲਕੁਲ, ਆ ਲਓ ਫਲੈਕਸੀਬਲ ਪਾਈਪਾਂ ਦੀ ਜਗ੍ਹਾ ਦੂਸਰੀਆਂ ਪਾਈਪਾਂ ਪਾਈਆਂ ਜਾਣ। ਕਮੇਟੀ ਨੇ ਇਹ ਵੀ ਵੇਖਿਆ ਬੋਟਲਿੰਗ ਉਪਰੰਤ ਜਦੋਂ ਦਾਰੂ ਤਿਆਰ ਹੋ ਗਈ, ਬੋਤਲਾਂ 'ਚ ਕੈਦ ਹੋ ਗਈ, ਬੋਟਲਿੰਗ ਉਪਰੰਤ ਨਿਕਲਦਾ ਗੰਦਾ ਪਾਣੀ ਵੀ ਟ੍ਰੀਟਮੈਂਟ ਪਲਾਟਾਂ ਵਿੱਚ ਨਹੀਂ ਲਿਜਾਇਆ ਜਾ ਰਿਹਾ ਅਤੇ ਇਹ ਜ਼ਮੀਨ ਵਿੱਚ ਛੱਡਿਆ ਜਾ ਰਿਹਾ ਹੈ, ਜਿਸ ਦਾ ਕਮੇਟੀ ਨੇ ਗੰਭੀਰ ਨੋਟਿਸ ਲਿਆ। ਯਾਨੀ ਕਿ ਉਦੋਂ ਤੋਂ ਪਾਣੀ ਜਿਹੜਾ ਕਿ ਜ਼ਮੀਨ ਵਿੱਚ ਬਿਨਾਂ ਕਿਸੇ ਟ੍ਰੀਟਮੈਂਟ ਪਲਾਂਟ ਦੇ, ਬਿਨਾਂ ਕਿਸੇ ਸੋਧੇ ਦੇ ਤਰੀਕੇ ਦੇ ਨਾਲ ਬੋਰ ਕਰਕੇ ਪਾਇਆ ਜਾ ਰਿਹਾ ਸੀ, ਉਹਦਾ ਨਤੀਜਾ ਅੱਜ ਤੱਕ ਮਿਲ ਰਿਹਾ ਹੈ। 3 ਫਰਵਰੀ 2010 ਨੂੰ ਕਮੇਟੀ ਦੌਰਾ ਕਰਦੀ ਹੈ ਔਰ ਕਮੇਟੀ ਦੇਖਦੀ ਹੈ ਕਿ ਜਦੋਂ ਗੰਦਾ ਪਾਣੀ, ਬੋਤਲ ਸ਼ਰਾਬ ਤਿਆਰ ਹੋ ਗਈ, ਉਹ ਤੋਂ ਬਾਅਦ ਗੰਦਾ ਪਾਣੀ ਟ੍ਰੀਟਮੈਂਟ ਪਲਾਂਟ 'ਚ ਲਿਜਾਣ ਦੀ ਬਜਾਏ, ਮਤਲਬ ਪਲਾਂਟ ਲਾਇਆ ਹੋਇਆ ਹੈਗਾ ਦਿਖਾਉਣ ਲਈ, ਪਰ ਉਹ ਪੂਰਾ ਕੰਮ ਨਹੀਂ ਕਰਦਾ ਜਾਂ ਉਹ ਤੋਂ ਕੰਮ ਨਹੀਂ ਲਿਆ ਜਾਂਦਾ। ਇਹ ਮਨਸ਼ਾ ਮੈਨੂੰ ਸਮਝ ਨਹੀਂ ਆਉਂਦੀ ਉਦਯੋਗਪਤੀਆਂ ਦੀ ਕਿਉਂ ਹੈ, ਤੇ ਉਹ ਕਹਿੰਦੇ ਕਿ ਉਹ ਸਿੱਧਾ ਜ਼ਮੀਨ 'ਚ ਛੱਡਿਆ ਜਾ ਰਿਹਾ। ਇਹ ਜਿਹੜੀ ਕਮੇਟੀ ਦੀ ਰਿਪੋਰਟ ਹੈ ਉਹਦੀ ਜਿਹੜੀ ਵਿਧਾਨ ਸਭਾ 'ਚ ਪੇਸ਼ ਹੋਈ ਆ, ਹਜੇ ਅੱਗੇ ਗੱਲਬਾਤ ਕਰਾਂਗੇ ਕਾਰਵਾਈ ਹੋਈ ਕਿ ਨਹੀਂ ਹੋਈ। ਫੈਕਟਰੀ ਦਾ ਮਾਲਕ ਕਹਿੰਦਾ ਜਾਂ ਫੈਕਟਰੀ ਵਾਲੇ ਕਹਿੰਦੇ ਨੇ ਕਿ ਅਸੀਂ ਟ੍ਰੀਟਡ ਪਲਾਂਟ ਲਾਏ ਹੋਏ ਨੇ, ਕਿਸੇ ਤਰ੍ਹਾਂ ਦਾ ਪਾਣੀ ਹੈ ਜਿਹੜਾ ਕੋਈ ਵੇਸਟੇਜ ਪਾਣੀ ਉਹ ਅਸੀਂ ਇਸ ਤਰੀਕੇ ਦਾ ਅਜਾਈ ਨਹੀਂ ਜਾਣ ਦਿੰਦੇ ਜਾਂ ਉਹਦੇ ਨਾਲ ਧਰਤੀ ਨੂੰ ਬਰਬਾਦ ਹੋਣ ਦੀ ਕੋਸ਼ਿਸ਼ ਨਹੀਂ ਹੋਣ ਦਿੰਦੇ। ਫਿਰ ਜਿਹੜੀ ਰਾਖ ਦੀ ਗੱਲ ਕਰਦੇ ਸੀ, ਸਵਾਹ ਉੱਡਦੀ ਹੈ, ਕਹਿੰਦੇ ਉਹ ਸਵਾਹ ਨੂੰ ਅਸੀਂ ਗਿੱਲਾ ਕਰ ਦਿੰਦੇ ਹਾਂ, ਉਹ ਉੱਡਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਹਾਲਾਂਕਿ ਤਸਵੀਰਾਂ, ਵੀਡੀਓਜ਼ ਵਾਇਰਲ ਹੋਈਆਂ, ਉਹ ਹਨੇਰੀ ਆਉਂਦੀ, ਉਹ ਰਾਖ ਉੱਡਦੀ ਹੈ, ਪੱਠਿਆਂ 'ਚ ਪੈਂਦੀ ਹੈ ਤੇ ਉਹਦੇ ਨਾਲ ਜਾਨਵਰ ਮਰੇ। ਸੋ ਉਹ ਸਾਰੀਆਂ ਚੀਜ਼ਾਂ ਜੋ ਫੈਕਟਰੀ ਕਹਿ ਰਹੀ ਹੈ ਤੇ ਜੋ ਚੀਜ਼ਾਂ ਹੁਣ ਰਿਪੋਰਟ ਜਿਹੜੀ 12 ਸਾਲ ਪੁਰਾਣੀ ਕਹਿ ਰਹੀ ਹੈ, ਇਹ ਕਿੰਨਾ ਕੁ ਆਪਸ 'ਚ ਮੇਲ ਖਾਂਦੇ? ਸਰਖਾ ਗੱਲ ਇਹ ਹੈ ਕਿ ਜੇ ਉਸ ਪਾਣੀ ਕਰਕੇ ਜਾਂ ਉਹ ਸ਼ਰਾਬ ਦੀ ਫੈਕਟਰੀ ਕਰਕੇ ਪਾਣੀ ਜ਼ਹਿਰੀ ਨਹੀਂ ਹੋ ਰਿਹਾ, ਜੇਕਰ ਉਹ ਨਿਯਮ ਪੂਰੇ ਕਰਦੇ ਨੇ, ਤਾਂ ਫਿਰ ਮੇਰਾ ਸਵਾਲ ਇਹ ਹੈ ਕਿ ਜਿਹੜਾ ਉਸ ਇਲਾਕੇ ਦੇ 70 ਪਿੰਡ ਨੇ ਘੱਟੋ ਘੱਟ ਜਿਹੜੇ ਸਿੱਧੇ ਹੁਣ ਪ੍ਰਭਾਵਿਤ ਹੋ ਗਏ, ਮਾਰ ਤਾਂ ਪਤਾ ਨਹੀਂ ਕਿੱਥੇ ਤੱਕ ਜਾਂਦੀ ਹੈ। ਫਿਰ ਸਵਾਲ ਇਹ ਹੈ ਕਿ ਉਹਨਾਂ ਦੀਆਂ ਮੋਟਰਾਂ 'ਚੋਂ, ਟੂਟੀਆਂ 'ਚੋਂ, ਨਲਕਿਆਂ 'ਚੋਂ ਲਾਹਣੇ ਕਿਉਂ ਨਿਕਲੀ? ਕੱਚੀ ਸ਼ਰਾਬ ਇਹ ਕਿਉਂ ਨਿਕਲੀ? ਉਹ ਜ਼ਹਿਰੀਲਾ ਪਾਣੀ ਕਿਉਂ ਨਿਕਲਿਆ? ਰੂਹ ਅਫਜ਼ਾ ਕਿਉਂ ਨਹੀਂ ਨਿਕਲਿਆ? ਹੈ ਮਤਲਬ ਨਿੰਬੂ ਪਾਣੀ ਕਿਉਂ ਨਹੀਂ ਨਿਕਲਿਆ? ਨਹੀਂ ਮਤਲਬ ਕੁਛ, ਹਾਂ ਮਤਲਬ ਸਵਾਲ ਇਹ ਹੈ ਨਾ ਕਿ ਫਿਰ ਉਹ ਕਿਉਂ ਕਹਿਣਗੇ ਉਹੀ ਜਿਹਾ ਕਿਉਂ ਨਿਕਲਿਆ? ਦੂਜੀ ਗੱਲ, ਜੇਕਰ ਪੰਜਾਬ ਦੀਆਂ ਜਿਹੜੀ ਮਰਜ਼ੀ ਉਦਯੋਗ, ਛੋਟਾ ਉਦਯੋਗ ਹੈ, ਬੜਾ ਉਦਯੋਗ ਹੈ, ਛੋਟੇ ਘਰਾਣੇ ਦਾ, ਬੜੇ ਘਰਾਣੇ ਦਾ, ਤੁਸੀਂ ਕਿਸੇ ਉਦਯੋਗ ਕੋਲ ਚੱਲਿਓ, ਇਕੱਲੀ ਸ਼ਰਾਬ ਦੀ ਫੈਕਟਰੀ ਕੋਲ ਕਿਉਂ? ਤੁਹਾਨੂੰ ਕਾਗਜ਼ਾਂ ਤਸੱਲੀ ਕਰਾ ਕੇ ਭੇਜੂਗਾ ਅਗਲਾ, ਰਿਪੋਰਟਾਂ ਦਿਖਾ ਕੇ ਭੇਜੂਗਾ, ਫਾਈਲਾਂ ਲਾਈਆਂ ਹੁੰਦੀਆਂ ਨੇ, ਕੰਧਾਂ ਦੇ ਸਰਟੀਫਿਕੇਟ ਲਾਏ ਹੁੰਦੇ ਨੇ ਆਪਣੀਆਂ ਕੁਰਸੀਆਂ ਦੇ ਮਗਰ। ਤੇ ਜੇਕਰ ਉਦਯੋਗ ਸਾਰੇ ਨਿਯਮਾਂ ਦਾ ਪਾਲਣ ਕਰਦੇ ਨੇ, ਫਿਰ ਪੰਜਾਬ ਦਾ ਬੁੱਢਾ ਦਰਿਆ, ਗੰਦਾ ਨਾਲਾ ਕਿਵੇਂ ਬਣ ਗਿਆ?
ਫਿਰ ਜੀਰੇ ਤੋਂ ਲੈ ਕੇ ਅਬੋਹਰ ਤੱਕ ਦੇ ਖੇਤਰ ਤੱਕ ਹਰ ਘਰ 'ਚ ਕੈਂਸਰ ਕਿਵੇਂ ਵੜ ਗਿਆ, ਇਹ ਆਪਣੇ ਆਪ 'ਚ ਸਵਾਲ ਹੈ। ਪਿਆ ਕਿ ਤੁਹਾਡੇ ਜਿਹੜਾ ਇਧਰੋਂ ਪਾਣੀ ਆਉਂਦਾ ਹੈ ਉਹ ਸਾਡੇ ਜ਼ਹਿਰੀਲਾ, ਸਾਨੂੰ ਵੀ ਕੈਂਸਰ ਦੀ ਮਾਰ ਹੈ। ਸਵਾਲ ਇਹ ਹੈ ਫਿਰ ਉਹ ਜ਼ਹਿਰ ਕੌਣ ਦੇ ਰਿਹਾ। ਲਓ, ਕਮੇਟੀ ਨੇ ਡਿਸਟਿਲਰੀਆਂ ਦਾ ਅਧਿਐਨ ਕਰਨ ਤੋਂ ਬਾਅਦ ਇਲਾਕੇ ਦੇ ਵਾਸੀਆਂ ਨਾਲ ਵੀ ਗੱਲਬਾਤ ਕੀਤੀ। ਇਹ ਉਸ ਸਮੇਂ ਵੀ ਉਹ ਇਲਾਕੇ ਦੇ ਲੋਕਾਂ ਨੂੰ ਵੀ ਮਿਲ ਕੇ ਆਏ, ਗੱਲਬਾਤ ਕੀਤੀ। ਇਲਾਕੇ ਦੇ ਵਾਸੀਆਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਡਿਸਟਿਲਰੀ ਲੱਗਣ ਦੇ ਨਾਲ ਮੱਖੀਆਂ ਦੀ ਤਾਦਾਦ ਵੱਧ ਗਈ। ਇਹ ਉਸ ਸਮੇਂ ਦੀਆਂ ਗੱਲਾਂ ਨੇ। ਜਦੋਂ ਕਦੀ ਡਿਸਟਿਲਰੀ ਵੱਲੋਂ ਹਵਾ ਆਉਂਦੀ ਹੈ ਤਾਂ ਬਦਬੂ ਮਹਿਸੂਸ ਹੁੰਦੀ ਹੈ। ਡਿਸਟਿਲਰੀ ਲੱਗਣ ਦੇ ਨਾਲ ਇਲਾਕੇ ਦੇ ਲੋਕਾਂ ਨੂੰ ਨੌਕਰੀ ਮਿਲਣ ਦੀ ਥੋੜੀ ਰਾਹਤ ਤਾਂ ਮਹਿਸੂਸ ਹੋਈ, ਪਰ ਇਲਾਕੇ ਵਿੱਚ ਪ੍ਰਦੂਸ਼ਣ ਜ਼ਰੂਰ ਵਧਿਆ। ਉਹ ਇਹ 2010 'ਚ ਕਹਿ ਰਹੇ ਨੇ। ਮੈਂ ਹੁਣ ਜਦ ਤੋਂ ਧਰਨਾ ਲੱਗਿਆ, ਜਦ ਤੋਂ ਕਿੰਨੀ ਵਾਰ ਉਸ ਇਲਾਕੇ 'ਚ ਜਾ ਕੇ ਆਇਆ, ਲੋਕ ਕੀ ਕਹਿੰਦੇ ਨੇ ਕਿ ਬਾਈ ਹਾਂ ਸਾਡੇ ਮੁੰਡੇ ਨੂੰ ਨੌਕਰੀ ਮਿਲੀ, ਤਨਖਾਹ 20,000 ਹੈ ਤੇ ਹੁਣ ਘਰ ਦੇ 2 ਜੀ ਬਿਮਾਰ ਨੇ, 30,000 ਮਹੀਨੇ ਦਾ ਦਵਾਈਆਂ ਤੇ ਖਰਚਾ, ਤੇ ਇਹੀ ਜੀ ਨੌਕਰੀ ਚੱਟਣੀ ਆ। ਉੱਥੇ ਦੇ ਇਲਾਕੇ ਦੇ ਲੋਕਾਂ ਨੇ ਇਹ ਵੀ ਦੱਸਿਆ ਕਿ ਬਾਈ ਜੀ ਇੱਥੇ ਲੋਕਾਂ ਨੂੰ ਇਹ ਕਹਿ ਕੇ ਭਰਮਾਇਆ ਗਿਆ ਕਿ ਘਿਓ ਦੀ ਫੈਕਟਰੀ ਲੱਗ ਰਹੀ ਆ, ਪਿੰਡ ਦੇ ਲੋਕ ਕਹਿੰਦੇ, ਤੇ ਲੱਗੀ ਸ਼ਰਾਬ ਦੀ ਫੈਕਟਰੀ। ਦੂਜੇ ਪਾਸੇ ਇਹ ਵੀ ਕਿਹਾ ਗਿਆ ਕਿ ਗ੍ਰਾਮ ਸਭਾ ਦੇ ਮਤੇ ਵੀ ਜਾਲੀ ਪਏ ਨੇ, ਪੰਚਾਇਤਾਂ ਨੂੰ ਵੀ ਭਰਮਾਇਆ ਗਿਆ, ਡਰਾਇਆ ਗਿਆ, ਖਰੀਦ ਲਿਆ ਗਿਆ। ਸੋ ਇਹਦੇ ਲਈ ਅਕਾਲੀ ਕਾਂਗਰਸੀ ਸਵਾਲਾਂ ਦੇ ਘੇਰੇ 'ਚ ਨੇ। ਸਰਕਾਰ ਤਾਂ ਮੌਜੂਦਾ ਵੀ ਘੇਰੇ 'ਚ ਨਹੀਂ, ਮੌਜੂਦਾ ਸਰਕਾਰ ਤਾਂ ਉਹਦੇ ਨਾਲੋਂ ਵੀ ਸਿਰਾ। ਸੋ ਜੇ ਮੌਜੂਦਾ ਸਰਕਾਰ ਲੋਕ ਪੱਖੀ ਹੁੰਦੀ ਤਾਂ 20 ਕਰੋੜ ਕਿਉਂ ਦਿੱਤਾ ਪੰਜਾਬ ਦਾ? 5 ਕਰੋੜ ਪਹਿਲਾਂ ਜੁਰਮਾਨਾ, 15 ਕਰੋੜ ਹੁਣ, 20 ਕਰੋੜ ਕਿਹਦਾ ਹੈ? ਉਹ ਪੰਜਾਬ ਦਾ ਹੈ। ਜੇ ਤੁਸੀਂ ਲੋਕਾਂ ਨਾਲ ਹੁੰਦੇ ਤਾਂ ਤੁਸੀਂ ਅੰਦੋਲਨ ਵਾਲੇ ਪਾਸਿਓਂ ਪੱਖ ਰੱਖਦੇ ਕਿ ਭਾਈ ਲੋਕਾਂ ਦਾ ਜਨ ਜੀਵਨ, ਉਹਨਾਂ ਦਾ ਹਰਜਾਨਾ। ਜੇ 2007 ਤੋਂ ਫੈਕਟਰੀ ਲੱਗੀ ਆ ਤਾਂ 2022 ਤੱਕ ਜਿੰਨੀਆਂ ਜ਼ਿੰਦਗੀਆਂ ਨਾਲ ਖਿਲਵਾੜ ਹੋਇਆ, ਉਹਨਾਂ ਦਾ ਹਰਜਾਨਾ ਫੈਕਟਰੀ ਨੇ ਦੇਣਾ ਕਿ ਅਸੀਂ ਫੈਕਟਰੀ ਨੂੰ ਪੈਸੇ ਦੇਣੇ? ਫੈਕਟਰੀ ਤਾਂ ਬੰਦ ਦੇ ਬਾਵਜੂਦ ਆਪਣੇ ਪੈਸੇ ਕਮਾ ਗਈ ਤੇ ਲੋਕਾਂ ਦੀ ਜ਼ਿੰਦਗੀ ਦਾ ਮੁੱਲ। ਸੋ ਲਓ, ਇਹਦੇ ਸੂਬਲ ਜਿਹੜੀਆਂ ਮੌਤਾਂ ਹੋਈਆਂ ਉਦੋਂ ਕੋਈ ਮੌਤਾਂ ਦੀ ਗਿਣਤੀ ਦਾ ਜ਼ਿਕਰ ਹੈ ਇਹਦੇ ਵਿੱਚ? ਉਹਦੇ ਵਿੱਚ ਅਜਿਹਾ ਕੋਈ ਜ਼ਿਕਰ ਨਹੀਂ ਉਸ ਟਾਈਮ, ਕਿਉਂਕਿ ਹਲੇ 3 ਸਾਲ ਹੋਈ ਸੀ। ਹਲ ਤਾਂ ਉਹ ਮਤਲਬ ਕਿ ਮਿੱਠਾ ਜ਼ਹਿਰ ਅੰਦਰ ਦਾਖਲ ਹੋਣਾ ਸ਼ੁਰੂ ਹੋਇਆ ਹੋਣਾ ਨਾ। ਕਮੇਟੀ ਨੇ ਪੰਜਾਬ ਰਾਜ ਵਿੱਚ ਜਿੰਨੀਆਂ ਵੀ ਡਿਸਟਿਲਰੀਆਂ ਹਨ ਉਹਨਾਂ ਦਾ ਜਾ ਕੇ ਮੌਕੇ ਤੇ ਅਧਿਐਨ ਕੀਤਾ, ਜਿੰਨੀਆਂ ਸ਼ਰਾਬ ਦੀਆਂ ਫੈਕਟਰੀਆਂ, ਅਤੇ ਉਹਨਾਂ ਡਿਸਟਿਲਰੀਆਂ ਦੇ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ। ਕਮੇਟੀ ਨੇ ਖੁਦ ਇਹ ਮਹਿਸੂਸ ਕੀਤਾ, ਹੁਣ ਇਹ ਕਮੇਟੀ ਨੇ ਮਹਿਸੂਸ ਕੀਤਾ, ਲੋਕਾਂ ਦੀ ਗੱਲ ਹੀ, ਲੋਕਾਂ ਦੀ ਗੱਲ ਉੱਪਰ ਆ ਗਈ। ਸਭ ਤੋਂ ਵੱਡੀ ਗੱਲ ਹੈ ਕਮੇਟੀ, ਇਹ ਕੋਈ ਝੂਠੀ ਰਿਪੋਰਟ ਨਹੀਂ, ਇਹ ਸਭ ਤੋਂ ਪਵਿੱਤਰ ਮੰਦਰ ਹੈ ਲੋਕਤੰਤਰ ਦੇ, ਵਿਧਾਨ ਸਭਾ 'ਚ ਪੇਸ਼ ਹੋਈ ਰਿਪੋਰਟ ਹੈ। ਇਹ ਕੋਈ ਕੱਲਾ ਕਾਗਜ਼ ਨਹੀਂ ਹੈ। ਉਹਦੇ ਨਾਲੋਂ ਮੈਂ ਤਾਂ ਹੀ ਉਹ ਤੁਹਾਨੂੰ ਗੱਲ ਕਹੀ ਸੀ ਕਿ ਇਹ ਜੇ ਝੂਠੀ ਨਹੀਂ ਤਾਂ ਇਹ ਪੂਰੀ ਸੱਚੀ ਵੀ ਨਹੀਂ। ਇਹਦੇ ਵਿੱਚੋਂ ਅੱਧਾ ਸੱਚ ਲੁਕੋਇਆ ਗਿਆ ਤੇ ਉਹਦੇ ਬਾਵਜੂਦ ਵੀ ਇਹ ਬਹੁਤ ਸੱਚੀ ਹੈ, ਕਿਉਂਕਿ ਐਮਐਲਏਆਂ ਨੇ ਪਤਾ ਨਹੀਂ ਕਿਹੜੇ ਔਖੇ ਹੋ ਕੇ ਲਿਖੀ ਹੋਣੀ। ਜਦੋਂ ਤੱਕ ਉਹਨਾਂ ਤੱਕ ਕਿਵੇਂ ਪਹੁੰਚ ਹੁੰਦੀ ਹੈ, ਉਹਨਾਂ ਨੂੰ ਕਿਵੇਂ ਵਰਤਿਆ ਜਾਂਦਾ, ਉਹਨਾਂ 'ਚੋਂ ਕਿੰਨਿਆਂ ਦੇ ਸ਼ਰਾਬ ਦੇ ਕਾਰੋਬਾਰੀਆਂ ਨਾਲ ਸੰਬੰਧ ਨੇ, ਇਹ ਵੀ ਆਪਣੇ ਸਵਾਲ ਸੀ ਨਾ। ਉਹਦੇ ਬਾਵਜੂਦ ਵੀ ਉਹ ਲਿਖਣ ਲਈ ਮਜਬੂਰ ਹੋਏ। ਇਹਦਾ ਮਤਲਬ ਹਾਲਾਤ ਇਹ ਤੋਂ ਵੀ ਕਿੰਨੇ ਭੈੜੇ ਹੋਣੇ। ਕਮੇਟੀ ਨੇ ਪੰਜਾਬ ਰਾਜ ਵਿੱਚ ਜਿੰਨੀਆਂ ਵੀ ਡਿਸਟਿਲਰੀਆਂ ਹਨ ਉਹਨਾਂ ਦਾ ਜਾ ਕੇ ਮੌਕੇ ਤੇ ਅਧਿਐਨ ਕੀਤਾ ਅਤੇ ਉਹਨਾਂ ਡਿਸਟਿਲਰੀਆਂ ਦੇ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ। ਕਮੇਟੀ ਨੇ ਖੁਦ ਇਹ ਮਹਿਸੂਸ ਕੀਤਾ ਕਿ ਜਿੰਨੇ ਵੀ ਪਿੰਡ ਡਿਸਟਿਲਰੀਆਂ ਦੇ ਨਜ਼ਦੀਕ ਹਨ, ਸ਼ਰਾਬ ਦੀਆਂ ਫੈਕਟਰੀਆਂ ਦੇ ਨੇੜੇ ਹਨ, ਉਹਨਾਂ ਲੋਕਾਂ ਦੀ ਸਿਹਤ, ਪਸ਼ੂਆਂ ਅਤੇ ਫਸਲਾਂ ਉੱਤੇ ਡਿਸਟਿਲਰੀਆਂ ਵਿੱਚੋਂ ਨਿਕਲਦੇ ਪ੍ਰਦੂਸ਼ਣ ਦਾ ਬਹੁਤ ਮਾੜਾ ਅਸਰ ਪੈ ਰਿਹਾ ਹੈ। ਲੋਕਾਂ ਨੇ ਇੱਥੋਂ ਤੱਕ ਦੱਸਿਆ ਕਿ ਡਿਸਟਿਲਰੀ ਵਾਲੇ ਆਪਣੀ ਮਨਮਰਜ਼ੀ ਕਰਦੇ ਹਨ ਅਤੇ ਡਿਸਟਿਲਰੀ ਦਾ ਗੰਦਾ ਪਾਣੀ ਜਾਂ ਕੋਈ ਹੋਰ ਜਿਹੜੇ ਕੈਮੀਕਲ ਨੇ ਉਹਨਾਂ ਦੇ ਖੇਤਾਂ ਵਿੱਚ ਰਾਤ ਬਰਾਤੇ ਪਾ ਜਾਂਦੇ ਹਨ। ਜਿਹੜੀ ਉੱਥੇ ਫੈਕਟਰੀ ਦੇ ਨਾਲ ਵਾਲਾ ਇੱਕ ਖੇਤ ਜਿਸ ਦਾ ਹੈ, ਉਹ ਵੀ ਕਹਿੰਦਾ ਹੈ ਕਿ ਮੇਰੇ ਖੇਤ 'ਚ ਪਾਣੀ ਆਉਂਦਾ ਹੈ, ਹਾਲਾਂਕਿ ਬਾਅਦ 'ਚੋਂ ਮੈਨੂੰ ਫਸਲ ਦਾ ਹਰਜਾਨਾ ਦੇਣ ਦੀ ਗੱਲ ਵੀ ਕੀਤੀ ਜਾਂਦੀ ਹੈ ਕਿ ਜਿਹੜਾ ਦਿੰਦੇ ਨੇ। ਜੇ ਉਹ ਕਹਿੰਦੇ ਅਸੀਂ ਨਿਯਮ ਪਾਲਦੇ ਹਾਂ, ਸਾਡੇ ਕਰਕੇ ਜ਼ਹਿਰੀ ਨਹੀਂ, ਫਿਰ ਪੈਸੇ ਦੇਣ ਦੀਆਂ ਗੱਲਾਂ ਕਿਉਂ ਕਰਦੇ ਨੇ? ਸੋ ਸਵਾਲ ਹੈ ਇਹਦਾ ਮਤਲਬ। ਸੋ ਇਹ ਰਾਤ ਨੂੰ ਖੇਤਾਂ ਦੇ ਆਪਾਂ ਕਿੰਨੀਆਂ ਵੀਡੀਓ ਆਪਣੇ ਸਾਹਮਣੇ ਆ ਜਾਂਦੀਆਂ ਨੇ ਕਿ ਟਰੱਕ ਖੜਾ ਹੈ ਤੇ ਪੈਪ ਥੱਲੇ ਨਦੀ ਸਿੱਟੀ ਹੈ। ਉਹ ਕੀ ਪਾਉਣ ਆਉਂਦੇ ਨੇ ਫੈਕਟਰੀਆਂ 'ਚ? ਇਸ ਲਈ ਆ ਲਓ ਜੀ, ਕਮੇਟੀ ਦੁਆਰਾ ਪ੍ਰੇਖਣ ਪੰਨਾ ਨੰਬਰ 31 ਦੇ ਉੱਤੇ ਹੈ ਜੀ। ਕਮੇਟੀ ਇਹ ਵੀ ਮਹਿਸੂਸ ਕਰਦੀ ਹੈ ਕਿ ਡਿਸਟਿਲਰੀਆਂ, ਸ਼ਰਾਬ ਦੀਆਂ ਫੈਕਟਰੀਆਂ ਦੁਆਰਾ ਪੈਦਾ ਕੀਤਾ ਗਿਆ ਪ੍ਰਦੂਸ਼ਣ ਜਨ ਜੀਵਨ ਵਿੱਚ ਬਹੁਤ ਵੱਡੀ ਚੁਣੌਤੀ ਹੈ ਜਿਸ ਦਾ ਸਾਹਮਣਾ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਦੇ ਵਾਤਾਵਰਨ ਨੂੰ ਕਾਨੂੰਨ ਸਖਤੀ ਨਾਲ ਲਾਗੂ ਕਰਕੇ ਬਚਾਇਆ ਜਾ ਸਕਦਾ ਹੈ। ਇਹ ਵਾਤਾਵਰਨ ਨੂੰ ਜਿਹੜੀ ਢਾਹ ਲਾ ਰਹੇ ਨੇ, ਉਹਦੇ ਜਿਹੜੇ ਵਾਤਾਵਰਨ ਰੋਕੂ ਕਾਨੂੰਨ ਨੇ, ਉਹਨੂੰ ਸਖਤ ਤਰ੍ਹਾਂ ਲਾਗੂ ਕਰਨ ਦੀ ਲੋੜ ਹੈ, ਕਿਉਂਕਿ ਅਜਿਹੀਆਂ ਅਣਗਹਿਲੀਆਂ ਨੇ ਵਾਤਾਵਰਨ ਢਾਂਚੇ ਨੂੰ ਪੂਰੀ ਤਰ੍ਹਾਂ ਵਿਗਾੜ ਕੇ ਰੱਖ ਦਿੱਤਾ ਹੈ। ਕਮੇਟੀ ਦੇ ਵੇਖਣ ਵਿੱਚ ਇਹ ਵੀ ਆਇਆ ਕਿ ਜ਼ਿਆਦਾਤਰ ਉਦਯੋਗਪਤੀ, ਬਹੁ ਗਿਣਤੀ ਉਦਯੋਗਪਤੀਆਂ ਬਾਰੇ ਕਹਿ ਰਹੀ ਆ ਉਹ, ਇਹ ਕਮੇਟੀ ਆਪ ਲਿਖ ਰਹੀ ਹੈ। ਹਾਂ, ਇਹ ਕਮੇਟੀ ਦੀ ਰਿਪੋਰਟ ਹੈ। ਕਮੇਟੀ ਦੇ ਵੇਖਣ ਵਿੱਚ ਇਹ ਵੀ ਹੈ ਕਿ ਜ਼ਿਆਦਾਤਰ ਉਦਯੋਗਪਤੀ ਆਪਣੀਆਂ ਮਨਮਰਜ਼ੀਆਂ ਕਰਦੇ ਹਨ ਅਤੇ ਕਾਨੂੰਨ ਦੀ ਜ਼ਰਾ ਵੀ ਪਰਵਾਹ ਨਹੀਂ ਕਰਦੇ। ਜਿਹੜੀਆਂ ਏਜੰਸੀਆਂ ਨੇ ਕਾਨੂੰਨ ਨੂੰ ਲਾਗੂ ਕਰਨਾ ਹੁੰਦਾ ਹੈ, ਉਹ ਵੀ ਇਹਨਾਂ ਉਦਯੋਗਪਤੀਆਂ ਦੀ ਹੱਥਾਂ ਦੀਆਂ ਕਠਪੁਤਲੀਆਂ ਬਣੇ ਹਨ। ਪ੍ਰਦੂਸ਼ਣ ਕੰਟਰੋਲ ਬੋਰਡ ਹੋ ਗਿਆ, ਚਾਹੇ ਜਿਹੜਾ ਜਨ ਜੀਵਨ ਸੰਭਾਲ ਦੀਆਂ ਗੱਲਾਂ ਕਰਦੇ ਨੇ, ਚਾਹੇ ਐਨਜੀਟੀ ਹੋ ਗਈਆਂ, ਇਹ ਉਹ ਏਜੰਸੀਆਂ ਨੇ ਜਿਹੜੀ ਸਿਹਤ ਵਿਭਾਗ, ਬਿਲਕੁਲ, ਪੁਲਿਸ ਵਿਭਾਗ,
ਹੈ ਸਾਡਾ ਪੋਲਿਊਸ਼ਨ ਕੰਟਰੋਲ ਬੋਰਡ ਹੈ ਨਾ, ਸਾਡੀਆਂ ਚੈਕਿੰਗ ਪੋਸਟਾਂ ਵਾਲੀਆਂ ਸਾਰੀਆਂ ਉਹ ਤੇ ਕੇਂਦਰੀ ਏਜੰਸੀਆਂ, ਉਹ ਸਾਰੀਆਂ ਜਵਾਬ ਦੇਣੇ ਤੇ ਸਾਰੀਆਂ ਸਵਾਲਾਂ ਦੇ ਘੇਰੇ। ਕਿਹੜੀ ਮਜਬੂਰੀ 'ਚ ਇਹ ਗੱਲ ਲਿਖੀ ਹੈ ਹੁਣ ਪਈ ਉਹਨਾਂ ਨੂੰ ਕਿ ਜਿਹੜੀਆਂ ਏਜੰਸੀਆਂ ਨੇ ਕਾਨੂੰਨ ਨੂੰ ਲਾਗੂ ਕਰਨਾ ਹੁੰਦਾ ਹੈ, ਉਹ ਵੀ ਇਹਨਾਂ ਉਦਯੋਗਪਤੀਆਂ ਦੇ ਹੱਥਾਂ ਦੀ ਕਠਪੁਤਲੀਆਂ ਬਣੀਆਂ ਨੇ। ਇਹ ਤੋਂ ਵੱਧ ਹੋਰ ਕੀ ਹੋਊਗਾ ਕਿ ਕਮੇਟੀ ਬਣੀ ਤੇ ਕਿਸਾਨ ਜਥੇਬੰਦੀਆਂ ਜਿਹੜੀਆਂ ਧਰਨਾ ਲਾ ਰਹੀਆਂ, ਤੇਰਾ ਉਹਨਾਂ ਨੇ ਕਹਿਤਾ ਕਿ ਕਮੇਟੀ ਜਾ ਕੇ ਸੈਂਪਲ ਲੈ ਲਵੇ, ਤੇ ਸੈਂਪਲ ਲੈਣ ਜਾਣਾ 4 ਮੈਂਬਰਾਂ ਨੇ, ਉਹਦੇ ਨਾਲ 4 ਨੁਮਾਇੰਦੇ ਜਾਣੇ ਨੇ ਧਰਨਾਕਾਰੀਆਂ ਦੇ, ਮਗਰ ਪੁਲਿਸ ਵਾਲੇ ਜਾਂਦੇ ਨੇ 25। ਉਹ ਕੀ ਕਰਨ ਜਾਂਦੇ ਨੇ ਬਈ? ਉਹ ਡਰਾਉਣ ਦਾ ਹੀ ਤਰੀਕਾ ਹੈ ਨਾ, ਉਹ ਭਰਮਾਉਣ ਦਾ ਹੀ ਤਰੀਕਾ। ਸੋ ਇੱਥੋਂ ਸਮਝ ਆਉਂਦੀ ਹੈ ਕਿ ਇਹ ਉਦਯੋਗਪਤੀਆਂ ਨੇ ਆਪਣੀਆਂ ਜੇਬ 'ਚ ਰੱਖੀਆਂ ਹੋਈਆਂ ਨੇ ਏਜੰਸੀਆਂ ਤਾਂ। ਸੋ ਇਸ ਲਈ ਪੋਲਿਊਸ਼ਨ ਕੰਟਰੋਲ ਬੋਰਡ ਦੇ ਸਰਟੀਫਿਕੇਟ ਕਿਵੇਂ ਮਿਲਦੇ ਨੇ ਸਾਰਿਆਂ ਨੂੰ ਪਤਾ। ਇਹ ਰਿਪੋਰਟ ਆ ਪਰ ਇਹ ਰਿਪੋਰਟ ਤੇ ਕਾਰਵਾਈ ਕੀ ਆ? ਅੱਗੇ ਆ ਜਾਓ ਫਿਰ, ਮੈਂ ਉੱਥੇ ਆ ਕੇ ਨਿਬੇੜਦਾ ਹੁਣ ਗੱਲ। 33 ਨੰਬਰ ਪੰਨਾ ਜੀ, ਕਮੇਟੀ ਦੀਆਂ ਸਿਫਾਰਸ਼ਾਂ। ਪੰਜਾਬ ਵਿੱਚ ਸਥਿਤ ਸ਼ਰਾਬ ਦੀਆਂ ਫੈਕਟਰੀਆਂ ਵਿੱਚ ਸੁਧਾਰ ਲਿਆਂਦਾ ਜਾਵੇ। ਠੀਕ ਹੈ। ਰਾਜ ਵਿੱਚ ਸਥਿਤ ਡਿਸਲਰੀਆਂ ਵਿੱਚ ਜਿੰਨੀਆਂ ਵੀ ਖਾਮੀਆਂ ਇਸ ਰਿਪੋਰਟ ਵਿੱਚ ਦਿੱਤੀਆਂ ਗਈਆਂ ਹਨ, ਉਹਨਾਂ ਨੂੰ ਵਿਭਾਗ 6 ਮਹੀਨਿਆਂ ਦੇ ਅੰਦਰ ਅੰਦਰ ਦੂਰ ਕਰਕੇ ਕਮੇਟੀ ਨੂੰ ਸੂਚਿਤ ਕਰੇ। 6 ਮਹੀਨੇ ਦਿੱਤੇ ਜਾਣੇ। 6 ਮਹੀਨੇ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਜਿਹੜੇ ਵੀ ਅਧਿਕਾਰੀ ਕਰਮਚਾਰੀਆਂ ਨੇ ਰਿਪੋਰਟ ਦੇ ਮੁਤਾਬਕ ਜਿਹੜੀ ਵੀ ਕੋਤਾਹੀ ਕੀਤੀ ਹੈ, ਉਹਨਾਂ ਦੇ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ ਅਤੇ ਕੀਤੀ ਗਈ ਕਾਰਵਾਈ ਬਾਰੇ ਕਮੇਟੀ ਨੂੰ 1 ਮਹੀਨੇ ਦੇ ਅੰਦਰ ਜਾਣੂ ਕਰਾਇਆ ਜਾਵੇ। ਸਰਖਾਬ ਵੀਰ ਪੰਜਾਬ ਦਾ ਇੱਕ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਗੁਰੂ ਘਰ ਕੰਨੀ ਨੂੰ ਮੂੰਹ ਕਰਕੇ ਕਹਿੰਦਾ ਹੈ ਕਿ 4 ਹਫ਼ਤਿਆਂ 'ਚ ਨਸ਼ਾ ਮੁਕਾ ਦੂੰਗਾ, ਤੇ ਪੌਣੇ 5 ਸਾਲ ਉਹ ਰਾਜ ਕਰਕੇ ਜਾਂਦਾ, 4 ਹਫ਼ਤੇ ਨਹੀਂ ਆਉਂਦੇ। ਤੇ ਆ ਕਮੇਟੀ ਕਹਿੰਦੀ 6 ਮਹੀਨਿਆਂ 'ਚ ਰਿਪੋਰਟ ਦਿਓ, 1 ਮਹੀਨੇ 'ਚ ਕਾਰਵਾਈ ਕਰੋ। ਨਾ 6 ਮਹੀਨੇ ਆਏ, ਨਾ 1 ਮਹੀਨਾ ਆਇਆ। 2010 ਤੋਂ 23 ਤੱਕ 12-13 ਸਾਲ ਲੰਘ ਗਏ। 12-13 ਸਾਲਾਂ ਦੇ ਵਿੱਚ 6 ਮਹੀਨੇ ਤੇ 1 ਮਹੀਨਾ ਨਹੀਂ ਆਇਆ। ਤੇ ਮੌਜੂਦਾ ਸਰਕਾਰ ਲੋਕਾਂ ਨਾਲ ਖੜਨ ਦੀ ਬਜਾਏ ਉਦਯੋਗਪਤੀਆਂ ਨਾਲ ਖੜ ਰਹੀ ਆ, ਸ਼ਰਾਬ ਮਾਫੀਆ ਨਾਲ ਖੜ ਰਹੀ ਆ, ਕਿਉਂਕਿ ਸ਼ਰਾਬ ਮਾਫੀਆ ਸਰਕਾਰੀ ਮਾਫੀਆ ਬਣ ਗਿਆ ਜਿਹਦੀ ਪਹੁੰਚ ਦਿੱਲੀ ਤੱਕ ਹੈ। ਇਹ 6 ਮਹੀਨੇ ਨਹੀਂ ਆਏ, ਇਹ 6 ਮਹੀਨੇ ਨਹੀਂ ਆਏ, ਇਹਦੇ ਪਿੱਛੇ ਕਾਰਨ ਹੋਰ ਕੀ ਮੰਨਦੇ ਹੋ? ਕਿ ਸਰਕਾਰਾਂ ਤਾਂ ਬਦਲ ਗਈਆਂ ਨਾ। ਉਹੀ ਸਰਕਾਰ ਦੂਜੀ ਵਾਰ ਸੱਤਾ 'ਚ ਆਈ, ਉਦੋਂ ਬਾਅਦ ਕੈਪਟਨ ਅਮਰਿੰਦਰ ਸਰਕਾਰ ਆਈ, ਹਾਲਾਂਕਿ ਉਹ ਮੁੱਖ ਮੰਤਰੀ ਬਦਲ ਦਿੱਤਾ ਗਿਆ। ਉਸ ਤੋਂ ਬਾਅਦ ਭਗਵੰਤ ਸਿੰਘ ਮਾਨ ਦੀ ਸਰਕਾਰ ਆ ਜਾਂਦੀ ਹੈ, ਇੱਕ ਬਦਲਾਅ ਦੀ ਸਰਕਾਰ ਆ ਜਾਂਦੀ ਹੈ, ਲੇਕਿਨ ਉਹ 6 ਮਹੀਨੇ ਹਜੇ ਤੱਕ ਨਹੀਂ ਆਏ। ਇਹ ਰਿਪੋਰਟ ਦੁਬਾਰਾ ਖੁੱਲੀ ਵੀ ਨਹੀਂ ਕਦੇ। ਤੁਸੀਂ ਦਿੱਲੀ ਜਾਂਦੇ ਰਹਿੰਦੇ ਹੋਣੇ, ਉਹ ਦਿੱਲੀ ਮੈਟਰੋ ਹੈ, ਉਹ 'ਚੋਂ ਟੋਕਨ ਜਾਂ ਪਾ ਕੇ ਉਹ ਗੇਟ ਖੁੱਲ ਜਾਂਦਾ ਮੈਟਰੋ 'ਚ ਵੜਨ ਦੇ ਲਈ। ਅੱਜ ਕੱਲ੍ਹ ਕਾਰਡ ਬਣ ਗਏ। ਉਦਯੋਗਪਤੀਆਂ ਕੋਲ ਸਰਕਾਰਾਂ ਦੇ ਦਰਵਾਜ਼ੇ ਖੁੱਲ੍ਹਣ ਦੇ ਉਹ ਟੋਕਨ ਤੇ ਉਹ ਕਾਰਡ ਨੇ। ਹਰੇਕ ਬੂਹਾ ਖੋਲ੍ਹ ਕੇ ਉਹ ਅੰਦਰ ਜਾਣ ਦਾ ਰਾਹ ਰੱਖਦੇ ਨੇ। ਉਹਨਾਂ ਨੂੰ ਪਤਾ ਹੈ ਕਿ ਅੰਦਰ ਕਿਵੇਂ ਦਾਖਲ ਹੋਣਾ। ਸੋ ਇਸ ਲਈ ਉਦਯੋਗਪਤੀ ਸ਼ਰਾਬ ਮਾਫੀਆ ਹੁਣ ਤਾਂ ਦਿੱਲੀ ਤੱਕ ਪਹੁੰਚ ਰੱਖਦਾ, ਹਾਈ ਕਮਾਂਡ ਤੱਕ ਪਹੁੰਚ ਰੱਖਦਾ, ਚਾਹੇ ਉਹ ਕਾਂਗਰਸ ਦੀ ਹੋਵੇ, ਚਾਹੇ ਉਹ ਬੀਜੇਪੀ ਦੀ ਹੋਵੇ, ਚਾਹੇ ਅਕਾਲੀਆਂ ਦੇ ਹੋਵੇ, ਚਾਹੇ ਮੌਜੂਦਿਆਂ ਦੀ ਹੋਵੇ। ਉਹਨਾਂ ਦੀਆਂ ਐਕਸਾਈਜ਼ ਪਾਲਿਸੀਆਂ 'ਚ ਬੋਲਦੇ ਨੇ ਇਹਨਾਂ ਦੇ ਨਾਂ। ਸੋ ਇਸ ਲਈ ਉੱਥੇ ਤੱਕ ਪਹੁੰਚਿਆ। ਫਿਰ ਇਹ ਤਰ੍ਹਾਂ ਲੋਕਾਂ ਨਾਲ ਕਿਉਂ ਖੜਨਗੀਆਂ? ਮਾਨ ਸਰਕਾਰ ਜਿਹੜੀ 170 ਦਿਨਾਂ ਤੋਂ ਬੈਠੇ ਲੋਕਾਂ ਦੀ ਨਹੀਂ ਸੁਣਦੀ, ਤੇ ਕੋਰਟ ਦੇ ਵਿੱਚ ਇਹ ਪੱਖ ਰੱਖਣ ਦੀ ਬਜਾਏ ਕਿ ਜਨਾਬ ਇਹਨਾਂ ਨੇ ਲੋਕਾਂ ਦੀਆਂ ਜ਼ਿੰਦਗੀਆਂ ਖਾ ਲੀਆਂ, ਲੋਕਾਂ ਦੀ ਮੌਤ ਹੋ ਗਈ, ਲੋਕਾਂ ਨੂੰ ਬਿਮਾਰੀ ਲੱਗ ਗਈ, ਅਸੀਂ 20 ਕਰੋੜ ਦੇਣਾ ਨਹੀਂ, ਇਹਨਾਂ ਤੋਂ ਅਰਬਾਂ ਰੁਪਈਆ ਵਸੂਲਣਾ ਹੈ ਤੇ ਫੈਕਟਰੀ ਬੰਦ ਕਰਨੀਆਂ, ਉਹਦੀ ਪੈਰਵੀ ਨਹੀਂ ਕਰਦੀਆਂ। ਮੈਂ ਕਹਿਣਾ ਕਿ ਕੁਛ ਨਾ ਕਰੇ ਮਾਨ ਸਰਕਾਰ। ਠੀਕ ਹੈ। ਕਿਉਂ ਨਵੇਂ ਸੈਂਪਲਾਂ 'ਚ ਪਈ ਆ, ਕਿਉਂ ਨਵੀਆਂ ਰਿਪੋਰਟਾਂ 'ਚ ਪਈ ਆ? ਆਹੀ 2010 ਵਾਲੀ ਰਿਪੋਰਟ ਲਾਗੂ ਕਰ ਦੇਵੇ, ਪੰਜਾਬ ਦਾ ਸ਼ਾਇਦ ਭਲਾ ਹੋ ਜਾਵੇ। ਅੱਛਾ, ਇਹ ਤਾਂ ਸਰਕਾਰ ਦੀ ਗੱਲ ਹੋ ਗਈ। ਸਰਕਾਰ ਆਪਦੇ ਤਰੀਕੇ ਨਾਲ ਸੁਲਝਾਉਣ ਦੀ ਗੱਲ ਕਰਦੀ ਹੈ, ਪਰ ਜਿਹੜੇ ਇਸ ਰਿਪੋਰਟ ਦੇ ਵਿੱਚ ਸ਼ਾਮਲ ਸੀ, ਜਿਨ੍ਹਾਂ ਨੇ ਕਮੇਟੀ ਦੇ ਨਾਲ ਇਸ ਮੈਂਬਰੀ ਵਿੱਚ ਦੇਖਿਆ, ਰਿਪੋਰਟਾਂ ਦੇਖੀਆਂ, ਪਰਖੀਆਂ, ਨਿਰੀਖਣ ਕੀਤਾ, ਉਹ ਵੀ ਮੂੰਹ 'ਚ ਘੁੰਗਣੀਆਂ ਪਾ ਕੇ ਬੈਠੇ ਨੇ। ਇਹ ਵੱਡਾ ਸਵਾਲ ਹੈ। ਇਹਨਾਂ 'ਚੋਂ 3-4 ਬੰਦੇ ਤਾਂ ਚਲੋ ਇਸ ਦੁਨੀਆ 'ਚ ਨਹੀਂ ਹੈਗੇ, ਜਿਹੜੇ ਹੈਗੇ ਨੇ ਉਹ ਬੋਲਣ। ਕਿੱਥੇ ਬੋਲਦੇ ਨੇ? ਜੋਸ਼ੀ ਜੀ ਬੀਜੇਪੀ 'ਚੋਂ ਹੋ ਕੇ ਅਕਾਲੀਆਂ 'ਚ ਨੇ, ਕਿੱਥੇ ਨੇ? ਪ੍ਰਤਾਪ ਬਾਜਵਾ ਉਹ ਤੋਂ ਬਾਅਦ ਉਹ MP ਬਣ ਗਏ ਸੀ ਫਿਰ ਇਹਨਾਂ ਕਮੇਟੀ ਤੋਂ, ਤੇ ਪਰ ਉਹ ਕਿੱਥੇ ਨੇ? ਆ ਬਿਰਸਾ ਸਿੰਘ ਬਲਟੋਹਾ ਮੈਂ ਦੇਖ ਰਿਹਾ ਸੀ ਕੁਝ ਦਿਨ ਪਹਿਲਾਂ ਸ਼ੇਅਰ ਕਰ ਰਹੇ ਸੀ ਕੁਝ ਇਹਦੀਆਂ ਪੋਸਟਾਂ ਜੀਆਂ, ਕੇਵਲ ਸਿੰਘ ਢਿੱਲੋਂ। ਸੋ ਇਹ ਬਾਈ ਜੀ ਸਭ ਸਿਆਸੀ ਲੋਕ ਨੇ। ਮੈਂ ਤਾਂ ਹੀ ਕਿਹਾ ਕਿ ਉਹ ਪੂਰਾ ਸੱਚ ਨਹੀਂ ਲਿਖਿਆ ਗਿਆ, ਸੱਚ ਇਹ ਤੋਂ ਵੀ ਵੱਡਾ ਸੀ, ਪਰ ਫਿਰ ਵੀ ਜਿੰਨਾ ਲਿਖਿਆ ਗਿਆ ਜੇ ਉਹਦੇ ਉੱਪਰ ਵੀ ਕਾਰਵਾਈ ਹੋ ਜਾਵੇ ਤਾਂ ਪੰਜਾਬ ਦਾ ਭਲਾ ਹੋ ਸਕਦਾ। ਸ਼ਰਾਬ ਦੀ ਫੈਕਟਰੀ ਕੋਈ ਜ਼ਰੂਰੀ ਉਦਯੋਗ 'ਚ ਨਹੀਂ ਆਉਂਦੀ। ਠੀਕ ਹੈ। ਇਹ ਉਹ ਉਦਯੋਗ ਨਹੀਂ ਜਿਹੜਾ ਲੱਗਣਾ ਹੀ ਜ਼ਰੂਰੀ ਹੈ। ਤੇ ਜਿਹੜਾ ਵੀ ਉਦਯੋਗ ਲੱਗਦਾ, ਜੇਕਰ ਉਹ ਸਾਡੇ ਵਾਤਾਵਰਨ ਨੂੰ, ਸਾਡੀ ਜਨ ਜੀਵਨ ਨੂੰ, ਸਾਡੀਆਂ ਪੀੜ੍ਹੀਆਂ ਨੂੰ ਨੁਕਸਾਨ ਕਰਦਾ, ਤਾਂ ਇਹੋ ਜਿਹਾ ਉਦਯੋਗ ਨਹੀਂ ਚਾਹੀਦਾ ਬਾਈ ਪੰਜਾਬ ਨੂੰ। ਪੰਜਾਬ ਆਪਣਾ ਖੇਤੀ ਪ੍ਰਧਾਨ ਸੂਬਾ ਤੇ ਉਹਨਾਂ ਖੇਤੀ ਨਾਲ ਸੰਬੰਧਿਤ ਸੰਦਾਂ ਬਣਾਉਣ ਵਾਲੇ ਉਹਦੇ ਉੱਤੇ ਰਹਿ ਸਕਦਾ। ਸੋ ਇਸ ਲਈ ਇਹੋ ਜਿਹੇ ਉਦਯੋਗ ਦੀ ਪੰਜਾਬ ਨੂੰ ਲੋੜ ਨਹੀਂ ਜਿਹੜਾ ਪੰਜਾਬ ਦੀ ਆਬੋ ਹਵਾ ਖਾ ਜਾਵੇ, ਪੰਜਾਬ ਦਾ ਵਾਤਾਵਰਨ ਖਾ ਜਾਵੇ, ਪੰਜਾਬ ਦੀਆਂ ਪੀੜ੍ਹੀਆਂ ਖਾ ਜਾਵੇ। ਔਰ ਜੇ ਸਰਕਾਰਾਂ ਦੀ ਨੀਅਤ ਹੁੰਦੀ, 2010 ਤੋਂ ਬਾਅਦ ਹੁਣ ਤੱਕ ਕਿੰਨੇ ਮੁੱਖ ਮੰਤਰੀ ਤੇ ਕਿੰਨੀਆਂ ਸਰਕਾਰਾਂ ਆਈਆਂ, ਕਿਸੇ ਨੇ ਇਸ ਕਮੇਟੀ ਦੀ ਦੁਬਾਰਾ ਪੱਤਾ ਵੀ ਫਰੋਲ ਕੇ ਨਹੀਂ ਦੇਖਿਆ। ਸੋ ਇਸ ਲਈ ਕਮੇਟੀ ਦੇ ਨਿਯਮ ਲਾਗੂ ਕਰ ਜਾਓ ਤਾਂ ਲੋਕਾਂ ਦਾ ਬਚਾਅ ਹੋ ਸਕਦਾ। ਮੈਨੂੰ ਲੱਗਦਾ ਕਿ ਕਿਸੇ ਵੀ ਸਰਕਾਰ ਦੀ ਮਨਸ਼ਾ ਹੀ ਨਹੀਂ ਗੀ, ਲੋਕ ਤਾਂ ਉਹਨਾਂ ਲਈ ਮੁੱਦਾ ਹੀ ਨਹੀਂ ਗੇ, ਉਹਨਾਂ ਲਈ ਉਦਯੋਗਪਤੀ ਮੁੱਦਾ ਨੇ। ਵੋਟਾਂ ਦੇ ਟਾਈਮ 'ਚ ਲੋਕਾਂ ਦੀ ਯਾਦ ਆਉਂਦੀ ਹੈ, ਹਲੇ ਕੀ ਲੋੜ ਹੈ ਇਹਨਾਂ ਨੂੰ। ਬਹੁਤ ਬਹੁਤ ਧੰਨਵਾਦ ਸਰ। ਬਹੁਤ ਸ਼ੁਕਰੀਆ।
ਸੋ ਇਹ ਰਿਪੋਰਟ ਹੁਣ ਦੇਖਣਾ ਇਹ ਆ ਕਿ ਸਿਆਸੀ ਗਲਿਆਰਿਆਂ 'ਚ ਕੀ ਭਾਂਪੜ ਮਚਾਉਂਦੀ ਹੈ ਤੇ ਇਸ ਤੋਂ ਬਾਅਦ ਇਹਨਾਂ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਜੋ ਛਿੜੂਗੀ ਉਸ ਦਾ ਨਤੀਜਾ ਕੀ ਉਹ ਸ਼ਰਾਬ ਫੈਕਟਰੀ ਬੰਦ ਹੋਊਗੀ ਕਿ ਲੋਕਾਂ ਦੀ ਜ਼ਿੰਦਗੀ ਬਚੇਗੀ ਜਾਂ ਫਿਰ ਸਰਕਾਰ ਇਸੇ ਤਰੀਕੇ ਦੇ ਨਾਲ ਮਜਬੂਰ ਹੋ ਕੇ ਮੂੰਹ 'ਚ ਘੁੰਗਣੀਆਂ ਪਾ ਕੇ ਲੋਕਾਂ ਦੀ ਮੌਤ ਦਾ ਤਮਾਸ਼ਾ ਵੇਖਦੀ ਰਹੇਗੀ। ਮੈਂ ਸੁਰਖਾਬ ਆਪਣੇ ਸਹਿਯੋਗੀ ਜੱਸੀ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ।